KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:33 ਹੋਏ ਨੇ। 27 ਜੁਲਾਈ ਦਾ ਦਿਨ ਹੈ, ਵਰਾ 2021 ਦਾ ਮੰਗਲਵਾਰ ਹੈ। 12 ਸੌਣ ਨਾਨਕਸ਼ੇ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ ਜੀ। ਛੋਟੇ ਛੋਟੇ ਦੋ ਤਿੰਨ ਵਿਸ਼ੇ ਨੇ। ਪਹਿਲਾਂ ਪੰਜਾਬ ਚੱਲਾਂਗੇ, ਪੰਜਾਬ ਤੋਂ ਬਾਅਦ ਫਿਰ ਇੱਥੇ 84 ਐਵਨਿਊ ਦਾ ਜਿਹੜਾ ਰਾਤ ਪਾਸ ਹੋ ਗਿਆ ਬਈ 84 ਐਵਨਿਊ ਥਰੂ ਹੋ ਜਾਣਾ ਬੇਅਰ ਕ੍ਰੀਕ ਦੇ ਵਿੱਚ ਦੀ ਤੇ ਕਿੰਗ ਜਾਰਜ ਤੱਕ ਉਹਦਾ। ਨਾਰਥ ਕੈਂਬਲ ਹਾਈਟ ਬਿਜ਼ਨਸ ਪਾਰਕ ਜਿਹੜਾ ਨਾਰਥ ਵਾਲਾ ਪਾਸਾ 16 ਦਾ ਅਪਰੂਵਡ ਹੋ ਗਿਆ ਤੇ ਅਡੈਪਟ ਹੋ ਗਿਆ। NCP ਹੋ ਗਈ ਹੈ ਹੁਣ ਗ੍ਰੇਟਰ ਵੈਨਕੂਵਰ ਦੇ ਵਿੱਚੋਂ GVRD ਦੇ ਵਿੱਚੋਂ ਉਹਨੇ ਪਾਸ ਹੋਣਾ, ਜਿਹੜਾ ਕਿ ਕੁਆਇਟ ਓਬਵੀਅਸ ਹੈ। ਸਿਟੀ ਜਦ ਪਾਸ ਕਰ ਦਿੰਦੀ ਹੈ ਤਾਂ ਅੱਗੇ ਰੁਕਦਾ ਨਹੀਂ, ਕਿਉਂਕਿ ਸਿਟੀਆਂ ਦੇ ਵਿੱਚ ਕੌਂਸਲਰ ਹੁੰਦੇ ਨੇ, ਉਹੀ ਉਹਦੇ ਮੈਂਬਰ ਨੇ। ਤੇ ਫਿਰ ਛਿੱਲ ਲੈਂਦੀ ਜਿਹੜੀ ਅੱਜ ਕੱਲ ਫਲਾਈਟਾਂ ਦੀ ਡਾਇਰੈਕਟ ਖੁੱਲੀਆਂ ਤੇ 4-4 ਹਜ਼ਾਰ 4500 ਦੇ ਵਿੱਚ ਲੋਕ ਆ ਰਹੇ ਨੇ ਭਾਰਤ ਤੋਂ ਇਕੋਨਮੀ ਦੇ ਵਿੱਚ। ਉਹਦਾ ਕੀ ਕਾਰਨ ਹੈ? ਇਹ ਸਰਕਾਰਾਂ ਕਰਦੀਆਂ ਕੀ ਨੇ ਬੈਠੀਆਂ? ਇਹਨਾਂ ਦੇ ਜਹਾਜ਼ ਘਾਟਾ ਜਦ ਏਅਰ ਕੈਨੇਡਾ ਨੂੰ ਪੈਂਦਾ ਤਾਂ ਅਸੀਂ ਆਪਣੀ ਜੇਬ ਚੋਂ ਦਿੰਦੇ ਆ। ਇਹਨਾਂ ਦੇ ਜਹਾਜ਼ ਕਿਉਂ ਨਹੀਂ ਉਤਰਦੇ ਅੰਮ੍ਰਿਤਸਰ ਜਾ ਕੇ? ਬਾਕੀ ਜਿਹੜੇ ਦੋਹਾ 'ਚ ਹੀ ਆਉਂਦੇ ਨੇ ਉਹ ਛੋਟੇ, ਇਹਨਾਂ ਵਾਲੇ ਛੋਟੇ ਨੇ ਉਦੋਂ। ਅੱਜ ਲੈ ਤੋਰ ਲਿਆ ਗੱਲ, ਰਾਜਨੀਤੀ ਹੋਵੇ ਤਾਂ ਜਦੇ ਹੀ ਖੁੰਬਾਂ ਵਾਂਗੂ ਨਿਕਲ ਆਉਣਾ। ਨਾਲੇ ਟਟੈਣੇ ਜਦੇ ਆ ਜਾਣਗੇ, ਵਿੱਚੇ ਬਾਣੀ ਵਾਲੇ ਆ ਜਾਣਗੇ। ਦੇਖੋ ਜੀ ਇਹ ਫਿਰ ਗਲਤ ਹੈ ਜੀ, ਇਹ ਫਿਰ ਸਹੀ। ਟਰੂਡੋ ਸਾਹਿਬ ਨੂੰ ਡੰਡੌਤਾਂ ਕਰ ਲਓ, ਕੱਚੀ ਕਹਾਣੀ ਦਾ ਤੇਲ ਲੈ ਲਓ ਤੇ ਉਹਨੂੰ ਮਲ ਕੇ ਸਰੀਰ ਤੇ ਨਾ ਉਹਨੂੰ ਡੰਡੌਤਾਂ ਕਰੀ ਚੱਲੋ, ਹੋਰ ਨਾ ਕੁਛ ਕਰਿਓ। ਉਹ ਗਲਤ ਜਿਹੜਾ ਕੁਛ ਹੋ ਰਿਹਾ ਤੁਹਾਡਾ $4500 ਦੇ ਵਿੱਚ ਤੁਸੀਂ ਆ ਰਹੇ ਹੋ ਉੱਥੋਂ ਇਕੋਨਮੀ ਦੇ ਵਿੱਚੋਂ, ਤੇ ਇਹਨੂੰ ਤੁਸੀਂ ਮਤਲਬ ਅੱਖਾਂ ਮੀਚ ਕੇ ਬਸ ਪੈਸਾ ਦੇਤਾ $2000 ਤੇ ਇਹਨੇ 4000 ਦੇਤਾ, ਇਹਨੇ 5000 ਦੇਤਾ ਹੈ, ਤੇ ਹੋਰ ਕੁਛ ਨਹੀਂ ਹੈ ਤੁਹਾਨੂੰ। ਇਹਦੇ ਪਤਾ ਨਹੀਂ ਇੰਨੇ ਭਗਤਾਂ ਪੁੱਤ ਨੇ, ਆਮ ਦੇ ਭਗਤ, ਅਕਾਲੀ ਦਲ ਦੇ ਤੇ ਕਾਂਗਰਸ ਦੇ ਭਗਤ ਉੱਥੇ ਤਾਂ ਹੱਸਦੇ ਸੀ, ਇੱਥੇ ਕਾਹਦੇ ਲਈ ਭਗਤ ਬੜੇ ਹੋਏ ਨੇ? ਇਹ ਟਰੂਡੋ ਦੇ ਭਗਤ ਨੇ ਜਿਹੜੇ, ਉਹਨਾਂ ਨੂੰ ਦਿਖਦਾ ਨਹੀਂ ਬਈ ਆ $4500-4200 ਦੇ ਕੇ ਲੋਕ ਸਾਡੇ ਕਿਵੇਂ ਆ ਰਹੇ ਨੇ, ਕਿਵੇਂ ਦੋਹਾ ਤੋਂ ਮੌਂਟਰੀਅਲ ਤੋਂ ਇੱਥੇ, ਤੇ ਉਹ ਇਕੋਨਮੀ ਦਾ $4200-4300 ਤੇ ਪਰਿਵਾਰ ਜਿਹੜੇ ਫਸੇ ਹੋਏ ਨੇ ਉੱਥੇ, ਉਹਨਾਂ ਦੇ ਕੁਝ ਜੀ ਗੱਲਬਾਤ ਕਰਨਗੇ ਅਗਲੇ ਹਿੱਸੇ 'ਚ। 144 247 1550 184424715550 ਆਨ 에ਅਰ ਨੰਬਰ ਰਹੇਗਾ। 144 247 1550 ਆਨ 에ਅਰ ਨੰਬਰ ਰਹੇਗਾ। 184424715550 ਜਦ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਕਿਸੇ ਵਿਸ਼ੇ ਤੇ ਵੀ। ਤੇ 604-729-1224 WhatsApp ਤੇ ਟੈਕਸਟ ਲਈ ਨੰਬਰ ਹੈ, ਸੈੱਲ ਫੋਨ ਹੈ ਮੇਰਾ। ਇੱਕ ਟੱਕ ਤੇ ਅਨਮੇਖ ਲਗਾ ਕੇ ਟੇਕ ਰਿਹਾ ਮੈਂ ਦੇਖ, ਕੋਈ ਕਦ ਆਵੇ ਪਾਰੋਂ ਦੇਸ਼ ਵੇ ਸੱਜਣਾ ਚਮਚਮ ਕਰਦੀ ਰੇਤ ਸੀ। ਅੱਜ ਤਾਂ ਤਾਰਾ ਗਣ ਆਚੇਤ ਚਿੱਟਾ ਚੰਦ ਵੀ ਆਇਆ ਮੇਜ ਵੇ, ਜਾਂਦੀ ਉੱਡਦੀ ਵਿਰਥੀ ਫੌੜ ਫਰਾਟੇ ਭਰਦੀ ਲਾਉਂਦੀ ਹੇਕ, ਤੇ ਫਰ ਉੱਡਣ ਚੇਤਰ ਘੜੀਆਂ ਨਾ ਜਾਵਣ ਫੜੀਆਂ, ਤੇ ਕਰ ਅੜੀਆਂ ਨੀਲ ਸਰਾਂ ਨੂੰ ਮਹਿਕਾਂ ਚੜੀਆਂ ਬੇ ਲੱਗੀਆਂ ਸੋਹਣੇ ਸੰਦਲਬਾਰ ਸੱਜਣ ਗੁਲ ਝੜੀਆਂ, ਕਦੋਂ ਸੀ ਸੁੱਤੀਆਂ ਕਦੋਂ ਉੱਠ ਖੜੀਆਂ, ਸਪੁੱਤਲ ਵੇਲਾਂ ਸੋਹਣੀਆਂ ਬੜੀਆਂ। ਤੇ ਫਿਰ ਤੂੰ ਆਇਓ ਮੇਰੇ ਪੀਰ ਕੇ ਬਦਲੀ ਚਾਨਣ ਦੀ ਤਾਸੀਰ, ਤੇ ਕੰਨੀ ਘੁਲ ਗਏ ਖੰਡ ਤੇ ਖੀਰ, ਜੋ ਵਗਦਾ ਵਿੱਚ ਨਸਾਰੀ ਨੀਰ ਵੇ ਗਾਉਂਦਾ ਬੌਰੇ ਪਣ ਵਿੱਚ ਹੀਰ। ਤੇ ਹੁਣ ਤਾਂ ਮਿਟ ਗਏ ਸਭ ਕਲੇਸ਼ ਕੇ ਨਾਚੇ ਮਾਥੇ ਮੈਂ ਉਰਗੇਸ਼ ਵੇ, ਅੱਜ ਤਾਂ ਮੌਲ ਸਰੇ ਦਾ ਤੇਲ ਕਰਾਂ ਮੈਂ ਪੇਸ਼, ਤੇ ਚੁਮਲਾ ਕਾਲੇ ਕਾਲੇ ਕੇਸ ਵੇ ਸੱਜਣਾ ਠੰਡੀ ਠੰਡੀ ਪੌਣ ਫਰਾਟੇ ਭਰਦੀ ਲਾਉਂਦੀ ਹੇਕ, ਤੇ ਨਾਲੇ ਚਮਚਮ ਕਰਦੀ ਰੇਤ, ਚਮਚਮ ਕਰਦੀ ਰੇਤ। ਹਰਮਨਜੀਤ ਲਿਖਦਾ ਪਹਿਲਾਂ ਪੰਜਾਬ ਨੂੰ ਚੱਲਦੇ ਆ। ਅੱਛਾ, ਇੱਕ ਖਬਰ ਆਪਾਂ ਹਰ ਦੂਜੇ ਤੀਜੇ ਦਿਨ ਸੁਣਦੇ ਆ ਤੇ ਜਥੇਦਾਰ ਲੰਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿੰਨਤਾਂ ਕਰਦਾ ਕਿ ਮੈਨੂੰ ਮਾਫ ਕਰ ਦਿਓ ਜੀ, ਮੈਨੂੰ ਮਾਫ ਕਰ ਦਿਓ ਜੀ, ਮੈਨੂੰ ਮਾਫ ਕਰ ਦਿਓ। ਕੋਈ ਦੱਸੂਗਾ ਵੀ ਮਾਫੀ ਕਿਹੜੀ ਚੀਜ਼ ਦੀ ਮੰਗਦਾ ਲੰਗਾ? ਦੂਜੇ ਬੰਨੇ ਤਾਂ ਉਹ ਕਹਿੰਦਾ ਮੇਰਾ ਤਾਂ ਚਿਹਰਾ ਮੋਢਿਆਂ ਤੋਂ ਉੱਪਰ ਲਾਤਾ, ਮੈਂ ਤਾਂ ਬੰਦ ਕਮਰੇ 'ਚ ਹੈ ਹੀ ਨਹੀਂ ਸੀ, ਢਿੱਡ ਵੀ ਕਿਸੇ ਦਾ ਲਾਤਾ, ਬਾਹਾਂ ਵੀ ਕਿਸੇ ਦੀਆਂ ਲਾਤੀਆਂ, ਤੇ ਨਾਲੇ ਕਹੀ ਜਾਂਦਾ ਮੈਂ ਗਲਤੀ ਮੰਨਣੀ ਹੈ। ਸਮਝ ਨਹੀਂ ਲੱਗਦੀ ਇਸ ਗੱਲ ਦੀ। ਤੁਹਾਡੇ ਕਿਸੇ ਪਾਸੇ ਪਿੜ ਪੱਲੇ ਪੈਂਦੀ ਹੈ ਤਾਂ ਮਾੜਾ ਦੱਸੋ ਤਾਂ।
हाँ हुण क्योंकि वोटां नेड़े आ रही ने 2022 बस आई 2022 ਤੇ 2022 ਦੇ ਲਈ ਹੁਣ ਤਿਆਰੀ ਹੋ ਰਹੀ ਹੈ। ਕਹਿੰਦੇ ਔਖੇ ਸਮਿਆਂ ਦੇ ਵਿੱਚ ਲੰਗਾਹ ਤੇ ਜਫਰ ਆਲਣੀ ਯਾਰ ਬਣੇ ਸੀ ਬਾਦਲ ਪਰਿਵਾਰ ਦੇ, ਜਿਹੜੀਆਂ ਗੱਲਾਂ ਅੰਦਰੋਂ ਨਿਕਲ ਕੇ ਆਈਆਂ। ਨਹੀਂ ਤਾਂ ਧਾਰੀਵਾਲ ਤੋਂ ਬਾਦਲ ਪਿੰਡ ਬਹੁਤ ਦੂਰ ਹੈ। ਜਫਰਵਾਲ ਨੇ ਤਾਂ ਕਹਿੰਦੇ ਬੈਦਗਿਰੀ ਕਰ ਲਈ ਸ਼ੁਰੂ, ਉਹਨੇ ਤਾਂ ਆਪਣਾ ਕੰਮ ਨਿਬੇੜ ਲਿਆ, ਘੁੰਮ ਫਿਰ ਕੇ ਹੌਲੀ ਦੇ ਕੇ ਆਇਆ। ਤੇ ਪੰਥਕ ਕਮੇਟੀ ਦਾ ਵੱਡਾ ਬੰਦਾ ਫੜਿਆ ਕਿੱਥੋਂ? ਚਾਹ ਦੇ ਢਾਬੇ ਤੋਂ, ਕਿਉਂਕਿ ਲੰਗਾਹ ਦੀਆਂ ਚੜ੍ਹ ਮੱਚੀਆਂ ਜਾਂ ਲੰਗਾਹ ਦੀਆਂ ਚੜ੍ਹ ਮੱਚੀਆਂ ਤਾਂ ਉਹ ਕਹਿੰਦਾ ਜਫਰਾਲਾ ਆ ਜਾ ਹੁਣ। ਜਦੋਂ ਜਫਰਵਾਲ ਨੇ ਕੋਈ ਜਫਰ ਜਾਲਿਆ ਸੀ ਉਸ ਸਮੇਂ ਲੰਗਾਹ ਵਿੱਚ ਪਿਆ ਸੀ। ਹੁਣ ਗੱਲ ਨੂੰ ਉਹਨੂੰ ਤੁਸੀਂ ਤਸਦੀਕ ਨਹੀਂ ਕਰ ਸਕਦੇ ਕਿਉਂਕਿ ਉਸ ਗੱਲ ਦਾ ਸਬੂਤ ਨਹੀਂ ਹੈ, ਕੋਈ ਬਿਨਾਂ ਸਬੂਤ ਤੋਂ ਆਪਾਂ ਕਹਿ ਨਹੀਂ ਸਕਦੇ, ਪਰ ਪਤਾ ਸਾਰਿਆਂ ਨੂੰ ਬਾਦਲ ਪਰਿਵਾਰ ਨਾਲ ਯਾਰੀ ਕਿੱਥੋਂ ਪਈ ਸੀ। ਹੁਣ ਵੋਟਾਂ ਨੇੜੇ ਆ ਗਈਆਂ, ਮਾਫੀ ਉਧਰ ਜਥੇਦਾਰ ਦੇ ਨਹੀਂ ਰਿਹਾ ਤੇ ਲੰਗਾਹ ਆਉਣੀ ਨਿਤ ਕੜਛ ਮਾਂਜਦੇ ਆ ਜਾ ਕੇ ਤੇ ਕਹੀ ਜਾਂਦਾ ਮੈਨੂੰ ਗਲਤੀ ਹੋ ਗਈ, ਮੈਨੂੰ ਮਾਫ ਕਰ ਦਿਓ, ਮੇਰੇ ਤੋਂ ਗਲਤੀ ਹੋ ਗਈ। ਨਾਲੇ ਕਹੀ ਜਾਂਦਾ ਮੈਂ ਉਹ ਵੀਡੀਓ 'ਚ ਹੈ ਨਹੀਂ ਸੀ ਜਿਹੜੀ ਉਹ ਬੀਬੀ ਨੇ ਗੱਲ ਕਹੀ ਸੀ ਆ ਕੇ ਬਾਹਰ ਵੀ ਮੇਰੇ ਨਾਲ ਧੱਕਾ ਹੁੰਦਾ ਹੈ, ਤੇ ਮੁੱਕਰ ਗਈ ਬੀਬੀ। ਹੁਣ ਉਹ ਕਹਿੰਦੀ ਨਾ ਮੇਰੇ ਨਾਲ ਨਹੀਂ ਧੱਕਾ ਹੁੰਦਾ। ਤੇ ਉਹ ਗੱਲ ਆ ਵੀ ਸਿਆਣੇ ਬੰਦੇ ਸਿਆਣੀ ਗੱਲ ਕਰਦੇ ਆ। ਮੈਂ ਰਵੀਰ ਗਰੇਵਾਲ ਉਹਨੀ ਫੋਨ ਕਰਕੇ ਕਹਿਣ ਕਹਿੰਦੇ ਮਾੜਾ ਜਿਹਾ ਇਹ ਤਾਂ ਪਤਾ ਕਰੀਏ ਆਪਾਂ ਵੀ ਗਲਤੀ ਦੀ ਕਿਹੜੀ ਗਲਤੀ ਦੀ ਮਾਫੀ ਮੰਗਦਾ। ਪਿਛਲੀ ਗੱਲ ਤਾਂ ਪਤਾ ਲੱਗੇ ਵੀ ਅੱਛਾ ਉੱਥੇ ਭਾਈ ਸਾਹਿਬ ਤੁਸੀਂ ਸੀ ਉਹ ਰੂਮ 'ਚ, ਫੇਰ ਤਾਂ ਗਲਤੀ ਦੀ ਮਾਫੀ ਮੰਗ ਸਕਦੇ। ਨਾਲੇ ਕਹੀ ਜਾਂਦੇ ਤੁਸੀਂ ਰੂਮ 'ਚ ਹੈ ਨਹੀਂ ਸੀ, ਨਾਲੇ ਕਹੀ ਜਾਂਦੇ ਗਲਤੀ ਹੈ। ਇਹ ਬੜਾ ਇਹ ਤਾਂ ਆਪਸ ਵਿੱਚ ਸਵੈ ਵਿਰੋਧੀ ਪੰਗਾ। ਇਸ਼ੂ ਕੀ ਹੈ ਇਹਦੇ ਵਿੱਚ ਤੇ ਕਿੱਧਰ ਨੂੰ ਅਸੀਂ ਜਾਵਾਂਗੇ, ਸਾਡਾ ਬਣੂ ਕੀ? ਇਹ ਜਿਹੜੇ 60 ਵਾਲੇ 70 ਵਾਲੇ 80 ਵਾਲੇ ਇਹ ਕਦ ਖਹਿੜਾ ਛੱਡਣਗੇ ਪੰਜਾਬ ਦਾ? ਯਾਰ ਕਿਸੇ ਚੀਜ਼ ਦਾ ਅੰਤ ਹੁੰਦਾ। ਇੱਥੇ ਵੀ ਇੱਥੇ ਅੰਤ ਹੈ ਕੋਈ? 1 ਵਾਰ 2 ਵਾਰ 3 ਵਾਰ 4 ਵਾਰ 5 ਵਾਰ, ਮਤਲਬ ਹਾਬੜਾ ਨਹੀਂ ਜਿਵੇਂ ਟੁੱਟ ਗਿਆ ਹੁੰਦਾ। ਇੱਕ ਟੱਬਰ ਹੋ ਗਿਆ ਸ਼ੁਰੂ, ਪਹਿਲਾਂ ਮੈਂ, ਫਿਰ ਘਰ ਵਾਲੀ, ਫਿਰ ਜਵਾਕ, ਚੱਕ ਦਿਓ ਕੰਮ। ਕਹਿੰਦੇ ਇਹ ਵੀ ਅਸੀਂ ਐਗਜ਼ਾਮਪਲ ਬਣਾਉਣੀ। ਦੱਸ, ਤੇ ਡੀਲ ਹੋ ਰਹੀ ਸੀ ਉੱਥੇ ਹੀ ਆਟਵਾ ਦੇ ਵਿੱਚ ਹੀ, ਹਿੱਲ ਦੇ ਉੱਪਰ। ਉਹ ਕਹਿੰਦੇ ਕਿਤਾਬ ਲਿਖ ਕੇ ਦੱਸਣਾ ਵੀ ਕੀ ਐਗਜ਼ੈਕਟਲੀ ਹੋਇਆ ਸੀ। ਕਿਤਾਬ ਕੀ ਲਿਖਣ ਦੀ ਲੋੜ ਹੈ? ਸਾਨੂੰ ਪਤਾ ਹੀ ਹੈ। ਜਾਂ ਸਪੀਡਾਂ ਲੱਗਦੀਆਂ ਸੀ ਏਅਰਪੋਰਟ ਤੇ, ਸਾਨੂੰ ਪਤਾ ਹੀ ਸੀ। ਜੇ ਸੱਚਾ ਬੰਦਾ ਹੁੰਦਾ ਕਹਿੰਦਾ ਲਾਓ ਕੈਮਰਾ, ਮੈਂ ਆਉਣਾ, ਵੱਜੋ ਹਿੱਕ 'ਚ, ਕਰੋ ਪੁੱਛੋ ਜਿਹੜਾ ਬੋਲ। ਭੱਜੇ ਫਿਰਦੇ ਕਦੇ ਸ਼ੀਸ਼ੇ 'ਚੋਂ ਖੱਬੇ ਨੂੰ ਕਦੇ ਸੱਜੇ ਨੂੰ, ਫਿਰ ਕਿਤਾਬਾਂ ਕਾਹਨੂੰ ਲਿਖਣੀਆਂ ਨੇ? ਮਤਲਬ ਰਾਜਨੀਤੀ ਨੇ ਸਾਨੂੰ ਇੰਨਾ ਕੁ ਇੱਥੇ ਛੱਡਣਾ ਹੈ। ਕੀ ਸ਼ੁਰੂ ਹੋਈਆਂ ਸੀ ਚੀਜ਼ਾਂ 20 ਸਾਲ ਪਹਿਲਾਂ? ਲਓ ਜੀ ਪ੍ਰਨੋਟ ਬਣਾਓ ਇੱਕ, ਤੁਹਾਡਾ ਵਿਜ਼ਿਟ ਵੀਜ਼ੇ ਤੇ ਬੰਦਾ ਆਊ, ਆਹ ਲਓ ਦੋ $50,000। ਜੇ ਬੰਦਾ ਨਾ ਮੁੜਿਆ ਤਾਂ 50,000 ਫਿਰ ਰੱਖ ਲਓਗੇ ਤੁਸੀਂ। ਕਿੱਡੀ ਬਦਅਮਨੀ ਹੈ। ਕੀ ਸ਼ੁਰੂ ਹੋਇਆ ਹੈ? ਜਦ ਟੂਲ ਸਰਕਾਰਾਂ ਖੁਦ ਦਿੰਦੀਆਂ ਨੇ ਵੀ ਹੁਣ ਤੁਹਾਨੂੰ ਦਿੱਲੀ ਨਹੀਂ ਜਾਣ ਦੀ ਲੋੜ, ਆਊਟ ਆਫ ਕੰਟਰੀ ਜਾਣਾ, ਅਮਰੀਕਾ ਦਾ ਗੇੜਾ ਦੇ ਕੇ ਮੁੜਿਆਓ, ਇੱਧਰੋਂ ਬੜੋ ਦੂਜੇ ਦੀ ਆਦਤ। ਜਿਹਦੇ ਵਿਜ਼ਿਟ ਤੇ ਆਇਆ ਬੰਦਾ ਜਿਹੜਾ ਬਿਲਕੁਲ ਹੀ ਪਿੰਡ ਬੈਠਾ ਹੈ ਸੱਥ 'ਚ, ਜਿਹਨੂੰ ਭੇਜਦਾ ਵੀ ਮੈਨੂੰ ਨੋਨ ਹੈ ਬਹੁਤ, ਮੈਂ ਇਹਨੂੰ ਜਾਣਦਾ ਤੇ ਮੇਰੀ ਜ਼ਿੰਮੇਵਾਰੀ ਹੈ, ਮੁੜੂਗਾ। ਜਦੋਂ 50,000 ਵਾਲੇ ਕੈਸ਼ 'ਚ ਫਿੱਟ ਕਰਨਾ, ਫਿਰ ਜਿਹਦੀ ਸ਼ੁਰੂਆਤ ਤੋਂ ਵਿਜ਼ਿਟ ਵੀਜ਼ਾ ਹੈ, ਉਹਦਾ ਨਜ਼ਾਰਾ ਹੀ ਬਹੁਤ ਹੈ। ਤੇ ਉੱਥੇ ਹੀ ਲੈ ਦੇ ਹੋ ਜਾਣਾ। ਹੁਣ ਇੱਥੇ ਤਾਂ ਫੜ ਲੈਂਦੇ ਨਾ ਪੁਲਿਸ, ਉੱਥੇ ਹੀ ਚੱਲੂ ਕੰਮ, ਉੱਥੇ ਹੀ ਦੇ ਰੋ। ਉੱਥੋਂ ਫਿਰ ਆਊ ਜਾਂਦੇ ਨੇ ਇੱਧਰ, ਹੁਣ ਵੀ ਆਉਂਦਾ ਹੀ ਆ, ਕਰੋੜਾਂ ਹੀ ਆਈ ਜਾਂਦੇ ਨੇ। ਉੱਥੇ ਵਾਲੇ ਉੱਥੇ, ਇੱਥੇ ਵਾਲੇ ਇੱਥੇ। ਅੱਛਾ, ਇਹਨਾਂ ਨੂੰ ਜਿਹੜੇ ਕਰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਸਾਡਾ ਪਤਾ ਨਹੀਂ ਉੱਪਰ ਲਿਆ ਨਾ, ਉਹਨਾਂ ਨੂੰ ਸਭ ਪਤਾ ਹੈ। ਜਿਨ੍ਹਾਂ ਨੇ ਸੁਰਖਪਰਾਈ ਗੱਠ ਦੇਣ ਦੀ ਆਦਤ ਪਾਈ ਆ, ਸਿਖਾਈ ਆ, ਕਿਤੇ ਉਹਨਾਂ ਨੂੰ ਪਤਾ ਨਹੀਂ ਇਹ ਗੱਠ ਕਿਵੇਂ ਖੁੱਲਣੀ ਹੈ। ਪਤਾ ਵੀ ਚੱਲ ਫਿਰੀ ਚੱਲੋ, 5-4 ਤੁਸੀਂ ਨਾ ਤੁਸੀਂ ਬੋਲਣਾ, ਨਾ ਤੁਹਾਡੇ ਤੋਂ ਗੱਲ ਹੋਣੀ, ਨਾ ਅਸੀਂ ਤੁਹਾਡੀ ਸੁਣਨੀ ਆ ਕਰੀ ਚੱਲੋ, ਸਾਈਕਲੋ ਸਟਾਈਲ ਦਸਤਖਤ ਕਰੀ ਚੱਲੋ ਪੇਪਰਾਂ ਤੇ। ਹੁਣ ਤਾਂ ਸਰੀ 'ਚ ਇਹ ਪਤਾ ਲੱਗਾ ਵੀ ਖਾਸ ਕੰਸਲਟੈਂਟ ਨੇ ਕਈ, ਜਿਨ੍ਹਾਂ ਦਾ ਪਤਾ ਨਹੀਂ ਲੱਗਦਾ, ਲੱਕ ਜਾ ਹਿਲਾ ਕੇ ਤੁਰਦੇ ਨੇ ਵੀ ਕਿਹੜਾ ਓਰੀਐਂਟੇਸ਼ਨ ਕੀ ਹੈ, ਉਹ ਵਿਜ਼ਿਟ ਵੀਜ਼ੇ ਦੇ ਪੇਪਰ ਬਣਾਉਂਦੇ ਆ। ਫਿਰ ਉਹ ਫੀਸ, ਉਹ 5,000 ਤੋਂ ਲੈ ਕੇ 15,000 ਤੱਕ ਫੀਸ ਹੈ।
ਉੱਥੇ ਜਾਓ, ਉਹ ਪੇਪਰ ਬਣਾਓ, ਫਿਰ ਅਸੀਂ ਸੈੱਟ ਕਰ ਦੱਸਦੇ ਹੋ, ਪਿੱਟਦੇ ਹੋ। ਜੇ ਕਹੋ ਆ ਜਾਓ ਗੱਲ ਕਰੋ, ਫਿਰ ਨਹੀਂ, ਫਿਰ ਖਰਾਬ ਹੋ ਜੂ ਸਾਡਾ ਕੇਸ ਹੀ ਨਹੀਂ ਠੀਕ ਹੋਏ। ਛੋਟੇ ਹੁੰਦੇ ਪਿਆਰੋ ਨਰਸ ਦੇ ਕੇਸ ਸੁਣਦੇ ਹੁੰਦੇ ਸੀ ਪਿੰਡ, ਕੇਸ ਕਰਕੇ ਆਈਆਂ, ਇੱਥੇ ਆ ਕੇਸ, ਇਹਨਾਂ ਦੇ ਕੇਸਾਂ ਨੇ ਮਾਰ ਲਿਆ ਸੀ। ਸੋ ਇਹ ਮਤਲਬ ਰਾਜਨੀਤੀ ਨੇ ਜੇ ਤੁਸੀਂ ਕਹੋ ਵੀ ਸਵਾਰ ਦੇਣਾ ਸਾਡਾ ਕੁਛ, ਕਾਹਦੀ ਰਿਪਰੈਜ਼ੈਂਟੇਸ਼ਨ ਹੈ? ਮਿਸ਼ਨ ਵਾਲਾ MP, ਮਸਕੀ ਵਾਲਾ MP ਸਾਡੇ ਭਾਈਚਾਰੇ ਚੋਂ ਹੈ ਨਹੀਂ। ਬ੍ਰੈਡ ਬਿਸ, ਮੈਂ ਨੰਬਰ ਸੈੱਲ ਫੋਨ ਤੇ ਬੋਲਦਾ, ਤਾਂ ਕਰਿਓ ਫੋਨ ਤੇ ਦੱਸਿਓ ਉਹਨੂੰ ਕੰਮ। ਉਹ ਕਹਿੰਦਾ ਸਵੇਰੇ ਆ ਜਾਓ ਦਫ਼ਤਰ, ਚਾਹੇ ਸਰੀ ਦੇ ਹੋਣ। ਸਭ ਦਿੱਲੀ ਬੈਠੇ ਕਿਸਾਨ ਨੇ, ਕੋਈ ਮਤਲਬ ਨਹੀਂ। ਉਹ ਕਹਿੰਦਾ ਦੱਸੋ ਕੀ ਲਿਖਾਂ, ਤੇ ਤੁਸੀਂ ਇੱਥੇ ਪੰਜਾਬੀ ਤੇ ਉਹਦੇ ਬਾਅਦ ਆਪਣੇ ਵਰਗੇ ਤੇ ਸਾਡੇ ਵਿਆਹਾਂ ਤੇ ਭੋਗਾਂ ਤੇ, ਉਹ ਵਿਆਹਾਂ ਭੋਗਾਂ ਤੇ ਨਹੀਂ ਜਾਂਦਾ, ਪਰ ਗੁਲਾਬ ਜਾਮਣਾ ਖਿਲਾ ਕੇ ਗੁਲਾਬ ਜਾਮਣਾ ਅੱਗੇ ਢਿੱਡ ਕਰ ਲੈ, ਬਣੀ ਬਣਾਈ ਗੁਲਾਬ ਜਾਮਣ ਖਾ ਕੇ ਦੂਜਾ ਸਤਿ ਸ਼੍ਰੀ ਅਕਾਲ ਬੁਲਾਦੇ, ਐ ਕਰੀ ਜਾਂਦੇ ਨੇ, ਫਿਰ ਮੂੰਹ ਨਹੀਂ ਨਾ ਖੁੱਲਦਾ। ਸਮਝੋਗੀ? ਮੈਂ ਡਿਪਰੈਸ਼ਨ 'ਚ ਵੇਖੇ ਇੱਥੇ ਹਾਰੇ ਹੋਏ ਬੰਦੇ, ਡਿਪਰੈਸ਼ਨ 'ਚ ਮਤਲਬ ਵੀ ਜਮਾ ਹੀ ਬੁਰਾ ਹੀ ਹਾਲ ਹੋ ਗਿਆ। ਕਮਲੇ ਹੋਏ ਬੰਦੇ ਹਾਰੇ ਹੋਏ ਦੇਖੇ, ਕਮਲੇ। ਉਹਦਾ ਕਾਰਨ ਲੋਕਾਂ ਦੀ ਸੇਵਾ ਨਹੀਂ ਹੈ। ਜੇ ਤੁਸੀਂ ਕਹਿੰਦੇ ਲੋਕਾਂ ਦੀ ਸੇਵਾ, ਨੋ 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 ਨੋ, ਪ੍ਰਧਾਨ ਦੇ ਕਿਤੇ ਕੁੜਕੁੜ ਕਿਤੇ ਹੋਰ ਹੈ। ਰਾਜਨੀਤੀ ਜਿਹੜੀ ਪੁੱਠੇ ਗੇੜ ਦੀ ਅਸੀਂ ਸ਼ੁਰੂ ਕਰ ਬੈਠੇ, ਅਸੀਂ ਹੁਣ ਬੋਤਲ ਦੇ ਵਿੱਚੋਂ ਜਿੰਨ ਤਾਂ ਕੱਢ ਲਿਆ, ਹੁਣ ਬੋਤਲ 'ਚ ਪੈਣਾ ਨਹੀਂ ਆਪਾਂ, ਕਿਉਂਕਿ ਸਾਡੇ ਮਫਾਦ ਨੇ ਉਹਨਾਂ ਨਾਲ ਜੁੜੇ ਹੋਏ। ਸਰਦਾਰ ਜੀ, ਟੋਰਾਂਟੋ ਸਨ ਨੇ ਅੱਜ 3 ਦਿਨ ਪਹਿਲਾਂ ਆਰਟੀਕਲ ਲਾਇਆ, ਸਾਡੇ ਬਿਨਾਂ ਕਰਜ਼ੇ ਤੋਂ ਕੱਲੇ ਕੈਨੇਡੀਅਨ ਦੇ ਥੱਲੇ ਪ੍ਰੋਵਿੰਸ਼ੀਅਲ ਤੇ ਫੈਡਰਲ ਬਜਟ ਦਾ ਜਿਹੜਾ ਡੈਟ ਹੈ $57,000 ਹੈ। ਇਹਦੀਆਂ ਗਲਤੀਆਂ ਨੇ। ਕੌਣ ਕਰਦਾ ਹੈ? ਇਹ ਰਾਜਨੀਤਿਕ ਬੰਦੇ। $57,000 ਪਰ ਜਿਹੜਾ ਬੰਦੇ ਨੂੰ ਖਰਚਾ ਪੈ ਰਿਹਾ। ਤੇ ਇਹ ਮਤਲਬ ਜਿਹੜੇ ਇਹ ਹੁਣ ਆਏ ਨੇ, ਪੈਸਾ ਧੇਲਾ ਤੁਹਾਨੂੰ ਮਿਲਿਆ, ਆਇਆ, ਇਹ ਪੈਸਾ ਧੇਲਾ ਮੋੜੋਗੇ ਕਿਵੇਂ? ਜਿਹੜੇ ਖੁਸ਼ ਹੋ ਕੇ ਬੱਲੇ ਬੱਲੇ ਕਰੀ ਜਾਂਦੇ ਹੋ, ਉਹਨੂੰ ਮੋੜਨਾ ਕਿੱਥੋਂ ਹੈ? ਟੋਰਾਂਟੋ ਸਨ ਨੇ ਆਰਟੀਕਲ ਛਾਪਿਆ, ਇੱਕ ਸੁਣਨ ਵਾਲੀ ਗੱਲ ਹੈ ਵੀ ਤੁਹਾਡੇ ਤੇ ਸੂਬੇ ਦਾ ਤੇ ਫੈਡਰਲ ਦਾ 57,000 ਦੇ ਕਰੀਬ ਡੈਟ ਹੈ ਕੱਲੇ ਕੈਨੇਡੀਅਨ ਤੇ। ਇਹ ਰਿਚ ਤੇ ਬਿਗ ਕਾਰਪੋਰੇਸ਼ਨਸ ਇਸ ਨੂੰ ਇੱਕ ਘਾਪਾ ਭਰ ਨਹੀਂ ਸਕਦੇ। ਜਿਵੇਂ NDP ਬਹੁਤ ਪਿੱਛੇ ਪਈ ਹੈ, ਇਹ ਲਗਜ਼ਰੀ ਟੈਕਸ ਤੇ ਫੋਰਨ ਹੋਮ ਓਨਰਸ। ਜਗਮੀਤ ਸਿੰਘ ਦੇ ਇੱਕ ਗੱਲ ਹੱਕ ਦੇ ਵਿੱਚ ਜਾਂਦੀ ਹੈ ਬਹੁਤ, ਇੱਕ ਤਾਂ ਇੰਡੀਜਨਸ ਲੋਕਾਂ ਦਾ ਖਿਆਲ ਰੱਖਣਾ, ਦੂਜਾ ਜਿਹੜੇ ਬਾਹਰੋਂ ਪੈਸੇ ਆਉਂਦੇ ਨੇ, ਅਮੀਰ ਨੇ ਜਿਹੜੇ, ਉਹਨਾਂ ਕੋਲ ਦਿਓ ਹੋਰ, ਤੁਹਾਡੇ ਕੋਲ ਬਹੁਤ ਕੁਛ ਹੈ। ਤੇ ਹੁਣ ਇੱਕ ਡੇਵਿਡ ਰੋਜ਼ਨਬਰਗ ਹੈ, ਬੇ ਸਟਰੀਟ ਦਾ ਵੈਟਰਨ ਹੈ, ਉਹਨੇ BNN ਨੂੰ ਦੱਸਿਆ 2021 ਦੇ ਫੈਡਰਲ ਬਜਟ ਲਈ। ਉਹ ਕਹਿੰਦਾ ਵੀ ਆਉਣ ਵਾਲੇ 6 ਸਾਲਾਂ 'ਚ, ਪਿਛਲੇ ਜਦ ਦੇ ਆਏ ਹੋਏ ਨੇ ਟਰੂਡੋ ਹੋਣੀ, 6 ਸਾਲਾਂ ਦੇ ਵਿੱਚ ਇੰਨਾ ਕਰਜ਼ਾ ਅਸੀਂ ਲਿਆ, ਜਿਹੜਾ ਮੋਰ ਜ਼ਿਆਦਾ ਅਸੀਂ ਕਰਜ਼ੇ 'ਚ ਗਏ ਆ, ਜਿਹੜਾ 152 ਸਾਲਾਂ ਦੇ ਵਿੱਚ ਕੰਬਾਈਨਡ ਪਿਛਲਿਆਂ 'ਚ ਹੋਇਆ। ਰੋਜ਼ਨਬਰਗ ਨੇ ਕਿਹਾ ਵੀ ਆਰ ਐਡਿੰਗ on more debt in 6 years than we did it in previous 152 years combined. ਅਲਾਰਮਿੰਗ ਆ ਇਹ। ਤੁਹਾਡਾ ਗ੍ਰੋਸ ਡੈਟ ਆ ਜਿਹੜਾ 118% ਆ ਤੁਹਾਡੀ GDP ਦਾ, 118%, ਜਿਹੜਾ 5th ਹਾਈਐਸਟ ਹੈ 29 ਇੰਡਸਟਰੀਅਲਾਈਜ਼ਡ ਕੰਟਰੀਆਂ ਤੇ। ਇੰਟਰਨੈਸ਼ਨਲ ਮੋਨੇਟਰੀ ਫੰਡ ਨੇ ਕਿਹਾ 118% ਟੂ ਆਵਰ GDP, ਜਿਹੜਾ ਸਾਡਾ ਤੁਹਾਡਾ ਗ੍ਰੋਸ ਡੋਮੈਸਟਿਕ ਪ੍ਰੋਡਕਟ, ਜਿਹੜਾ ਜਿੰਨਾ ਕੁਛ ਦੇਸ਼ ਦੇ ਵਿੱਚ, ਜਿਹੜੀ ਦੇਸ਼ ਦਾ ਮੁੱਲ ਹੈ
वो देश तो 100 GDP तो 118% के करीब कर्जे चों जिहड़ा 5th हाईएस्ट है 29 इंडस्ट्रीलाइज कंट्रियां दे विच। वो कहंदे जे असीं सारा कुछ ही जिहड़ा वेचीए पूरे साल च, even if we sold everything we produced in an entire year, we still couldn't pay off the government debt. सारा कुछ जे वेचदे हो जिहड़ा भी प्रोड्यूस करदे हो तां भी गवर्नमेंट दा कर्जा नहीं लैंदा। इह आ साल दे विच सिर्फ ते सिर्फ ब्याज जिहड़ा फैडरल ते प्रोविंशियल कर्जे का जिहड़ा ब्याज है वो $1000 कल्ले कनेडियन पे करना पैंदा। $1000 कल्ले कनेडियन दे गल पै रहा। पिछले साल सरकार ने जिहड़ा कर्जे ते ब्याज दिता $50 बिलियन सी। $50 बिलियन का कर्जा दिता है। कर्जे का ब्याज फ्रेजर इंस्टीट्यूट ने दसिया ते इस साल 17 बिलियन होर डॉलर 17 ऐड होना। एक साल का $50 अरब ब्याज। सो यह जिहड़ी आउण वाले 10 ते 20 सालों दे विच यह कर्जा जिहड़ा है इनू किवें लाओगे, लाउणा कित्थों है? तुहाडे इंटरस्ट रेट वधणगे, सरकारां लैणगीਆਂ। यह कुछ लोगों की रोजनबर्ग कहना बहुत शॉर्ट मैमरी है। 1970 ते 1980 दे विच वेखियो 52 हस्पताल प्रेरी दे विच बंद करने पे सी। 52 हस्पताल। फॉर्मर फाइनेंस मिनिस्टर जैनिस मैकनन ने यह गल दसी है। ये वो ने जिहड़े कुछ लोग तुहानूं लैके आउंदे तुहानूं दसदे आ कोविड-19 दे गल पाउणा बहुत कुछ। हुण ट्रूडो सरकार ने कोविड-19 दे मत्थे मढ़ना। कोविड-19 तो पहला जस्टिन ट्रूडो ने कनेडा की जिहड़ी पर परसन जिहदे नाल महंगाई एडजस्ट करके स्पेंडिंग उहदी हाइट ते सी जिहड़ी कदे भी नहीं सी। स्पेंडिंग किवें हुंदी है? हुण मेरे कोल मान लो क्रेडिट कार्ड है। क्रेडिट कार्ड से वो कहने लगे चक मित्रा 6% ते 50,000 मैं चक लेना। जे 6 की जगह 16% मैं कदे नहीं चकना। रियायतां दे के जिहड़ी परसनल डैट है उहदे तो बिना 57,000 सरकारां दा डैट है पर कनेडियन दे सिर दे उपर कित्थों देना? वो कितनी बार दस्सिया भी किहड़ी चीज़ है जिथों ट्रूडो सरकार ने जां आउण वाले किसी प्राइम मिनिस्टर ने मोड़ना? कुछ नहीं। बहुत वधिया एक आर्टिकल है टोरंटो सन दा, प्लीज जिहड़े पढ़ सकते हो इसनूं पढ़ियो। Each Canadian owes 57,000 in government debt. फ्रैंको रेजनो दा लिखिया होया है। अच्छा हुण आ सुनियो तुहानूं एक होर खास गल दसां जिहड़ी कोविड-19 दे खाते पाउणा। कोविड-19 तो पहला भी पर पर्सन कनेडा दे विच इन्फ्लेशन एडजस्ट करके हाईएस्ट जिहड़ा स्पेंडिंग सी कल्ले बंदे दी। 2019 दे विच बैलेंस बजट करन दा वादा कीता सी ट्रूडो दा, याद आ किसे दे? फुलफिल जिहड़ा उहने प्रॉमिस करना सी 2019 च बजट तुहाडा बैलेंस होना सी 20 दे विच कोविड आया। ट्रूडो ने अपने पहले प्रधानमंत्रियों तो जिन्ने भी सी सब तो वध एक साल दे विच स्पेंड किया कोविड च, जिहड़ा कदे भी ना सैकंड वर्ल्ड वार च होया, ना कोरियन वार च होया, ना रिसैशन 80-90 ते 2000 वाले च। ये वार दे विच भी स्पेंडिंग नहीं पर ईयर हुई जिहड़ी कोविड-19 दे समय की गई है। हले भी पैर गैस दे तो नहीं चक्या। कोविड-19 दे नाल चलदियां परमानेंट जिहड़ी फैडरल गवर्नमेंट की स्पेंडिंग 100 बिलियन जिहड़ी 2026 तक हो जाए। तो कनेडियन 57,000 दे डेट बिल दे विच ने पर पर्सन। तो यह
ਜਿਹੜਾ ਫ੍ਰੈਂਕੋ ਪ੍ਰੈਜ਼ਨੋ ਆ ਉਹ ਫੈਡਰਲ ਡਾਇਰੈਕਟਰ ਆ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਦਾ, ਬਹੁਤ ਹਾਈਲੀ ਐਜੂਕੇਟਡ ਬੰਦਾ। ਇਹ ਤੁਸੀਂ ਪੜ੍ਹਿਓ ਜਿਹੜਾ ਪੜ੍ਹ ਸਕਦਾ। ਟੋਰਾਂਟੋ ਸਨ ਦਾ ਜੁਲਾਈ 22 ਦਾ ਆਰਟੀਕਲ। तो बेनती है, जे घोड़ी नहीं चढ़े चढ़दे नूं वेख लो, जे आप आर्थिक दा नहीं पता किसी सियाणे तो पुछ लो देश तुहाडा ਚੱਲਿਆ किधर नूं। ਇਹ फैक्ट्स ते तुहानूं मैं गल दसी आ, आप पढ़ लिओ फैक्ट्स ते। मिस्टर प्रैजनो आ जिहड़ा उसने गल लिखी है भी आ हालातां च कोरियन वार, वर्ल्ड वार, ਉਹਦੇ ਵਿੱਚ ਰਿਸੈਸ਼ਨ ਦੇ ਵਿੱਚ ਇੰਨੀ ਸਪੈਂਡਿੰਗ ਨਹੀਂ ਹੋਈ ਜਿਹੜੀ COVID-19 ਦੇ ਕੱਢਿਓ ਕੋਈ ਪੁਰਾਣਾ ਕਿਤੇ ਸਪੀਚ ਇੱਥੇ 2019 ਚ ਕਹਿੰਦਾ ਸੀ ਮੈਂ ਬਜਟ ਬੈਲੈਂਸ ਕਰ ਦੂੰ। $10 ਟ੍ਰਿਲੀਅਨ ਦੇ ਘਾਟੇ ਦੇ ਬਜਟ ਦੇ ਵਿੱਚ ਤੁਸੀਂ ਬੈਠੇ ਹੋ। ਕਰਜ਼ਾ ਨਹੀਂ ਪਰ ਘਾਟੇ ਚੋਂ। ਘਾਟਾ ਮਤਲਬ ਪੂਰਾ ਕਿੱਥੋਂ ਕਰਨਾ। ਗ੍ਰੋਸ ਡੋਮੈਸਟਿਕ ਜਿਹੜਾ GDP ਹੈ ਤੁਹਾਡੀ, ਉਹਦੀ 118% ਉਹਦੇ ਤੇ ਜਿੰਨੀ ਚੀਜ਼ ਬਣਦੀ ਆ, ਮੰਨ ਲਓ $1,00,000 ਦੀ ਚੀਜ਼ ਬਣਦੀ ਆ, 1,18,000 ਉਹਦੇ ਤੇ ਵਿਆਜ ਆ। ਇਹ ਦੇਸ਼ ਦਾ ਵਿਆਜ ਹੈ GDP ਦਾ। ਤੇ ਕਿੱਥੋਂ ਸਰਵਾਈਵ ਕਰੋਗੇ ਤੁਸੀਂ? ਕਿੱਥੋਂ ਇਹ ਤੁਹਾਡਾ ਮੇਪਲ ਲੀਫ ਜਿਹੜਾ ਝੰਡਾ ਹੈ ਫਰਫਰ ਕਿਵੇਂ ਕਰੂਗਾ ਜਦ ਤੁਸੀਂ 50 ਅਰਬ ਡਾਲਰ ਵਿਆਜ ਦੇ ਵਿੱਚ ਦੇ ਰਹੇ ਪਿਛਲੇ ਸਾਲ। 50 ਬਿਲੀਅਨ ਸਿਰਫ ਇੰਟਰਸਟ ਚਾਰजेस ਜਿਹੜੀ ਗਵਰਨਮੈਂਟ ਦੇ, ਤੇ 17 ਬਿਲੀਅਨ ਇਸ ਵਾਰ ਐਡ ਹੋ ਜਾਣਾ। ਸੋ ਇਹ ਕਿਸੇ ਵੀ ਇੰਡਸਟਰੀਅਲ ਕੰਟਰੀ ਦੇ ਵਿੱਚ 29 ਇੰਡਸਟਰੀਅਲ ਕੰਟਰੀਆਂ ਜਿਹੜੀਆਂ ਵੱਡੀਆਂ ਨੇ ਉਹਨਾਂ ਚੋਂ ਅਸੀਂ 5ਵੇਂ ਨੰਬਰ ਤੇ ਆ, ਜਿਹੜਾ GDP ਤੇ 118% ਵਿਆਜ ਤੇ 118% ਡੈਟ ਤੇ ਬੈਠਿਆ। which is the 5th highest among 29 industrialized countries. ਇਹ ਇੰਟਰਨੈਸ਼ਨਲ ਮੋਨੈਟਰੀ ਫੰਡ ਨੇ ਇਸ ਨੂੰ ਜਿਹੜਾ ਇਹ ਉਹਦੀਆਂ ਫਿਗਰਸ। ਜੇ ਉਹ ਕਹਿੰਦੇ ਸਾਰਾ ਕੁਝ ਜਿਹੜਾ ਅਸੀਂ ਬਣਾਉਂਦੇ ਆ, ਜੇ ਆਪਾਂ ਸਾਰੇ ਸਾਲ ਦਾ ਸਾਰਾ ਜਿਹੜਾ ਕੋਈ ਬਣਾਉਂਦੇ ਉਹਨੂੰ ਵੇਚਦੇ ਆ, ਫੇਰ ਵੀ ਕਰਜ਼ਾ ਨਹੀਂ ਲੈ ਸਕਦੇ ਕਿਉਂਕਿ 118% ਹੈ। 18% ਫੇਰ ਰਹਿ ਜਾਣਾ। ਇਹ ਕੁਝ ਕੁ ਚੀਜ਼ਾਂ ਨੇ ਜਿਹੜੀਆਂ ਮੈਨੂੰ ਪਤਾ ਹੈ ਆਪਣੇ ਸਾਰਿਆਂ ਦੇ ਘਾਪੇ ਤੋਂ ਤਾਂ ਬਾਹਰ ਨੇ, ਪਰ ਉਹ ਦਈ ਵੀ ਜਾਣਾ ਕਿਉਂਕਿ ਸਲੇਵਰੀ ਸਿਰ 'ਚ ਪਈ ਹੋਈ ਹੈ। ਪੰਜਾਬ ਦੇ ਵਿੱਚੋਂ ਆਹੀ ਕੋ ਕਰਦੇ ਆਏ ਸੀ ਆਪਾਂ ਵੀ ਦੇ ਦਿਓ, ਚੱਲ ਹੁਣ ਆ ਗਿਆ ਦੇ ਦਿਓ, ਇੱਧਰੋਂ ਆ ਗਿਆ ਇੱਧਰ ਕਰ ਦਿਓ, ਆਹ ਕਰ ਲਿਆ ਇੱਧਰ ਕਰ ਲਿਆ। ਜਿਹੜਾ 40-40 ਹਜ਼ਾਰ ਤੇ ਨੱਚਦੇ ਆ ਨਾ, 60 ਆ ਗਿਆ 40 ਮੋੜਨਾ ਤੇ 20 ਰੱਖ ਲੈਣਾ, 2000 ਫੇਰ ਆ ਗਿਆ, ਸਾਲ ਹੋ ਗਿਆ ਬਾਈ 6 ਜਣਿਆਂ ਨੂੰ 12 ਹਜ਼ਾਰ ਆਉਂਦਾ। 1,44,000 ਉਹ ਦੇਣਾ ਕਿੱਥੋਂ ਆ? ਇੱਕ ਬੰਦੇ ਦੇ 957,000 ਡੈਟ ਆ ਸੂਬੇ ਦਾ ਤੇ ਦੇਸ਼ ਪ੍ਰੋਵਿੰਸ਼ੀਅਲ ਤੇ ਫੈਡਰਲ। ਲਾਇਓ ਤਾਂ ਗੁਣਾ ਫਿਰ 12 ਨਾਲ 57 ਨੂੰ ਕਰਕੇ ਵੀ ਕਿੰਨੇ ਬਣਦੇ ਆ? ਉਹ ਕਿਹਨੇ ਦੇਣੇ ਨੇ? ਉਹਦੇ ਤਸ਼ਤਰੀਆਂ ਸਿੱਟਣੀਆਂ ਨੋਟ ਉੱਪਰੋਂ ਆ ਕੇ। ਕਾਹਦੀ ਅਕਾਊਂਟੇਬਿਲਟੀ ਹੈ? ਅਕਾਊਂਟੇਬਿਲਟੀ ਕੋਈ ਨਹੀਂ, ਚੋਰੀ ਕੋਈ ਨਹੀਂ, ਕਰਪਸ਼ਨ ਕੋਈ ਨਹੀਂ। ਪਰ ਇਨ ਆਰਡਰ ਟੂ ਰਿਮੇਨ ਇਨ ਪਾਵਰ ਇਹ ਤਾਂ ਰਾਜਨੀਤਿਕ ਲੋਕ ਕਰਦੇ। ਕੋਈ ਨਹੀਂ ਹੈ ਇੱਥੇ, ਕੋਈ ਜੇਲ੍ਹਾਂ ਨਹੀਂ ਹੋਣੀਆਂ, ਕਿਸੇ ਨੇ ਪੁੱਛਣਾ ਨਹੀਂ। ਜਦ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੋਂ ਤੁਸੀਂ ਗਏ, ਜਦ ਤੁਸੀਂ ਕਿਤੇ ਪਬਲਿਕ ਫਿਗਰ ਨਹੀਂ, ਕਿਤੇ ਤੁਸੀਂ ਮਿਲਣਾ ਨਹੀਂ ਕਿਸੇ ਨੂੰ, ਤੁਹਾਡੀ ਅਕਾਊਂਟੇਬਿਲਟੀ ਤੁਹਾਡੀ ਗੱਲ ਕਰਾਚੇ ਉਹਨਾਂ ਦੀ ਗੱਲ ਕਰਦਾ ਕੋਈ, ਹਾਰਪਰ ਦੀ ਗੱਲ ਕਰਦਾ ਕੋਈ, ਨੋ, ਖਤਮ। ਪਰ ਦੇਸ਼ ਤੁਸੀਂ ਜਾਂ ਖੂਹ 'ਚ ਸਿੱਟ ਦੇਣਾ, ਉਹ 'ਚੋਂ ਕੱਢੋਗੇ ਕਿਵੇਂ ਉਹਨੂੰ ਵਿੱਚ? ਮੈਜੋਰਟੀ ਬਣਾ ਦੇਾਂਗੇ ਜੀ, ਐਤਕੀ ਤਾਂ ਟਰੂਡੋ ਦੀਆਂ ਚੜ੍ਹ ਮੱਚੀਆਂ ਜੀ, ਪੈਸਾ ਬਹੁਤ ਵੰਡਿਆ ਬਾਈ। ਆ 30,000 ਹੁਣ ਦੇਖ ਲੈ ਐਪਲੀਕੇਸ਼ਨ ਖੋਲਤੀ। ਕਿਹੜੀ ਐਪਲੀਕੇਸ਼ਨ ਖੋਲਤੀ? 30,000 ਕਿੱਥੋਂ ਆਉਣੇ ਨੇ? ਕਿਹਨੇ ਆਉਣੇ ਨੇ? ਤੁਹਾਡੇ 70% 13,000 ਐਪਲੀਕੇਸ਼ਨਾਂ ਇੱਕ ਦਿਨ ਦੀ ਰਿਫਿਊਜ਼ਲ ਹੈ ਚੰਡੀਗੜ੍ਹ ਆਫਿਸ ਦੀ ਸਟੂਡੈਂਟਾਂ, ਕਿਉਂਕਿ ਰੌਲਾ ਪੈ ਗਿਆ, ਜਵਾਕ ਮਰਨ ਲੱਗ ਗਏ, ਝੂਠੇ ਪ੍ਰੋਮਿਸ ਹੋ ਗਏ। ਉਹ ਕਹਿੰਦੇ ਬੰਦ ਕਰੋ ਇਹਨਾਂ ਦਾ, ਚਲੋ ਇੱਧਰ ਨੂੰ, ਚਲੋ ਦੂਜੇ ਪਾਸੇ ਨੂੰ, ਚਲੋ ਇਰਾਨ ਤੋਂ ਲਿਆਓ ਸਟੂਡੈਂਟ ਬਣਾ ਕੇ ਸਿਸਟਮ, ਹੁਣ ਇੱਧਰੋਂ ਲਾਹੋ। ਫੰਡ ਕਿਹਨੇ ਦੇਣਾ? ਚਿੱਟਿਆਂ ਮੇਜ਼ ਪੋਸ਼ਾਂ ਵਾਲਿਆਂ ਨੇ, ਵੱਡੇ ਤੋਂ ਵੱਡੇ ਵਕੀਲਾਂ ਨੇ ਤੇ ਛੋਟੇ ਤੋਂ ਛੋਟੇ ਕੰਸਲਟੈਂਟਾਂ ਨੇ। 10,000 ਟੇਬਲ, ਆਜੋ ਖਿਚਾ ਲਓ ਫੋਟੋ ਅਗਲੇ ਲਾਉਂਦੇ ਨੇ ਫੇਸਬੁੱਕ ਤੇ ਲਿਜਾ ਕੇ ਪੰਜਾਬ, ਤੇ ਉੱਥੋਂ ਮੁੰਨਦੇ ਨੇ। ਫਿਰ ਆ ਦੇਖ ਲੈ, ਸਾਡੀ ਸਿੱਧੀ ਟਰੂਡੋ ਨਾਲ ਆ, ਪ੍ਰਾਈਮ ਮਿਨਿਸਟਰ ਨਾਲ ਫੋਟੋ।
ਤੇ ਜਿਹੜੇ ਆਰਗੇਨਾਈਜ਼ ਕਰਦੇ ਨੇ ਫੰਡ ਰੇਜ਼ਿੰਗ ਉਹ ਤੁਹਾਡੇ ਸਮਾਜ ਸੁਧਾਰਕ ਨੇ। ਉਹ ਕਹਿੰਦੇ ਅਸੀਂ ਨੇਤਾ ਬਣਾਓ, ਅਸੀਂ ਤੁਹਾਨੂੰ ਸਰਵ ਕਰਾਂਗੇ। ਉਹ ਤੁਹਾਨੂੰ ਸਰਵ ਕਰਨਗੇ। ਫਿਰ ਇਹ ਲੋਕ ਜਿਹੜੇ 10-10 ਹਜ਼ਾਰ ਪੈਸੇ ਇਕੱਠੇ ਕਰਦੇ ਨੇ ਉਹਨਾਂ ਤੋਂ, ਜਿਨ੍ਹਾਂ ਨੇ ਲੋਕਾਂ ਦੇ ਖੂਨ ਚੂਸੇ ਨੇ, ਇਹ ਤੁਹਾਨੂੰ ਸਰਵ ਕਰਨਗੇ ਫਿਰ MLA ਤੇ MP ਬਣ। ਐਡੀ ਯਾਰ ਇੰਨੀ ਕਰਪਸ਼ਨ, ਇੰਨੀ ਐਡਾ ਮਾੜਾ ਹਾਲ ਕਿੱਥੇ ਐਂਡ ਹੋਊਗਾ? ਇੱਕ 12 ਪੜ੍ਹੇ ਬੰਦੇ ਨੂੰ, ਇੱਕ ਮਾਸਟਰ ਬੰਦੇ ਨੂੰ ਤੁਸੀਂ ਦੇਸ਼ ਦੀ ਵਾਂਗਡੋਰ ਦੇ ਦਿੱਤੀ ਵੀ ਉਹਦਾ ਚਿਹਰਾ ਸੁਨੱਖਾ ਤੇ ਹੱਸਦਾ ਤੇ ਟਰੂਡੋ ਦਾ ਪੁੱਤ ਆ ਉਹ। ਕੋਈ ਬੰਦਾ ਅਰਥ ਸ਼ਾਸਤਰੀ ਹੋਵੇ, ਕੋਈ ਵਕੀਲ ਹੋਵੇ, ਕੋਈ ਵੱਧ ਪੜ੍ਹਿਆ ਹੋਵੇ ਬੰਦਾ, ਸਿਰਫ ਇਹ ਗੱਲ ਕਿ ਵੀ ਉਹ ਟਰੂਡੋ ਦਾ ਪੁੱਤ ਹੈ। ਅਵਰ ਪ੍ਰਾਈਮ ਮਿਨਿਸਟਰ, ਅਵਰ ਪ੍ਰਾਈਮ ਮਿਨਿਸਟਰ, ਅਵਰ ਪ੍ਰਾਈਮ ਮਿਨਿਸਟਰ, ਅਵਰ ਪ੍ਰਾਈਮ ਮਿਨਿਸਟਰ। ਹੈਰਾਨੀ ਦੀ ਗੱਲ, ਮਤਲਬ ਕਿੱਥੇ ਇਕਨੋਮੀ ਤੁਹਾਡੀ ਕਿੱਥੇ ਚੱਲੀ ਆ? ਤੁਸੀਂ ਸੋਚ ਰਹੇ ਹੋ ਵੀ ਤੁਹਾਡੇ ਦੇਸ਼ 'ਚ 1 ਲੱਖ ਦੀ ਚੀਜ਼ ਬਣੇ ਤੇ 1,18,000 ਦੇ ਵਿੱਚ ਤੁਸੀਂ ਕਰਜ਼ੇ 'ਚੋਂ ਸਾਰਾ ਕੁਝ ਵੇਚ ਦੋ। ਗ੍ਰੋਸ ਡੋਮੈਸਟਿਕ ਪ੍ਰੋਡਕਟ ਉਹ ਆ ਵੀ ਤੁਹਾਡੇ ਦੇਸ਼ ਦੇ ਵਿੱਚ ਜਿਹੜਾ ਕੁਝ ਬਣਿਆ ਉਹ ਇਕਨੋਮੀ ਦਾ ਬੇਸ ਆ, ਤੁਹਾਡਾ GDP ਜਿਹਨੂੰ ਕਹਿੰਦੇ ਨੇ, ਉਹ ਤੁਹਾਡੇ ਦੇਸ਼ ਦੀ ਕੀਮਤ ਹੈ। ਮਤਲਬ ਸਾਰਾ ਕੁਝ ਇਕੱਠਾ ਕਰਕੇ ਤੁਸੀਂ ਆਪਣੇ ਦੇਸ਼ ਨੂੰ ਕੁਛ ਉਹਦੇ ਆਰਥਿਕ ਜਿਹੜੇ ਉਹਦੇ ਰਿਸੋਰਸਜ਼ ਨੇ, ਤੁਹਾਡੇ ਜਿਹੜੇ ਅਸਾਸੇ ਨੇ ਇੱਕ ਦੇਸ਼ 'ਚ, ਜਿਵੇਂ ਘਰ ਦਾ ਆਪਾਂ ਕਹਿੰਦੇ, ਪਰ ਉਹ ਕਹਿੰਦਾ ਵੀ ਤੁਸੀਂ ਇਹਦੇ ਤੇ ਸਾਰਾ ਕੁਝ 1 ਸਾਲ 'ਚ ਬਣਾਇਆ ਵੇਚਦੇ ਹੋ ਤਾਂ 118% ਤੁਹਾਡੀ GDP ਦਾ 118% ਤੁਸੀਂ ਵਿਆਜ 'ਚ 57,000 ਇਕੱਲੇ ਇੱਕ ਕੈਨੇਡੀਅਨ ਦੇ ਸਿਰ ਤੇ ਕਰਜ਼ਾ। ਅੱਜ 2019 ਤੁਹਾਡੇ ਟਰੂਡੋ ਨੇ, ਆਪਣੇ ਟਰੂਡੋ ਨੇ ਸਾਡਾ ਬੈਲੈਂਸ ਕਰਨਾ ਸੀ ਬਜਟ। ਦਿੱਲੀ ਵਾਲਿਆਂ ਨੂੰ ਰੋਨੇ ਹੋ ਨਾ, ਆ ਵੀ ਉਹੀ ਹਾਲ ਹੈ ਇੱਥੇ। ਅਸੀਂ ਉਧਰ ਨੂੰ ਤੁਰੇ ਹੋਇਆ ਹੁਣ। ਸੌਰੀ ਮੋਹਤ ਜੀ, ਮੋਹਤ ਅਬਰੋਲ ਜੀ, ਲਾਈਨ 2। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਸਿੰਘ ਸਾਹਿਬ। ਹਰਜੀਤ ਹਾਂ ਜੀ। ਹਾਂਜੀ ਹਾਂਜੀ ਸਿੰਘ ਸਾਹਿਬ, ਸੌਰੀ ਆਪਣਾ ਹਾਂਜੀ ਜੀ ਆਪਣਾ ਟੌਪਿਕ ਇਹੀ ਹੋ ਨਾ ਜਿਹੜਾ ਲੋਕੀ ਇੰਡੀਆ ਸਟਕ ਹੈਗੇ ਆ, ਉਹ ਮੈਂ ਸ਼ੁਰੂ ਕਰਦਾ ਜੀ, ਹੁਣੇ ਸ਼ੁਰੂ ਕਰਦਾ। ਮੈਂ ਕੁਛ ਹਾਲੇ ਇਕਨੋਮੀ ਬਾਰੇ ਗੱਲ ਕਰ ਰਿਹਾ ਸੀ ਤੇ ਮੈਂ ਉਹਨੂੰ ਹੁਣੇ ਕਰਦਾ। ਮੋਹਤ ਜੀ ਸ਼ੁਰੂ ਹੁਣੇ ਕਰਦਾ, ਤੁਸੀਂ ਅਟਕ ਕੇ ਕਰਿਓ ਫੋਨ, ਹੁਣੇ ਕਰਦਾ। ਠੀਕ ਹੈ ਜੀ। ਜਸਵੀਰ ਸਿੰਘ ਗਰੇਵਾਲ ਜੀ, ਲਾਈਨ ਨੰਬਰ 4। ਧੰਨਵਾਦ ਸਰਦਾਰ ਜੀ। ਜਿਹੜਾ ਤੁਸੀਂ ਵਿਖਿਆਨ ਕੀਤਾ, ਮੈਂ ਸਾਲ ਨਾਲ ਹੀ ਆਰਟੀਕਲ ਪੜ੍ਹਿਆ। ਇੱਕ ਤਾਂ ਸਵਾਲ ਪੈਦਾ ਹੁੰਦਾ ਵੀ ਆਮ ਨਾਗਰਿਕ ਇਹਨੂੰ ਪੜ੍ਹ ਕੇ ਕਰੇ ਕੀ, ਤੇ ਦੂਸਰਾ ਸਵਾਲ ਇਹ ਹੁੰਦਾ ਵੀ ਜੇ ਉਹਦੇ ਕੋਲ ਸਮਰੱਥਾ ਹੈਗੀ ਕਰਨ ਦੀ, ਫਿਰ ਉਹਦੇ ਕੋਲ ਆਪਸ਼ਨਸ ਕੀ ਨੇ। ਹੁਣ ਤੁਸੀਂ ਬਹੁਤਾਤ ਵੀ ਜਿਹੜਾ ਪ੍ਰੋਗਰਾਮ ਤੇ ਗੱਲ ਕਰਦੇ ਹੋ, ਇਹ ਪ੍ਰੋਗਰਾਮ ਦੇ ਉੱਤੇ ਤੁਸੀਂ ਗੱਲ ਕਰਦੇ ਹੋ ਆਪਣੀ ਜਿਹੜੀ ਪੰਜਾਬੀ ਕਮਿਊਨਿਟੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਘਰ ਕਰਨ ਦੀ, ਕਰਵਾਉਣ ਦੀ ਖਾਤਰ ਤੁਸੀਂ ਕੋਸ਼ਿਸ਼ ਕਰਦੇ ਹੋ। ਪਰ ਕਹਾਣੀ ਕੁਝ ਹੋਰ ਹੈ। ਕਹਾਣੀ ਇਹ ਹੈ ਕਿ ਜੇ ਡੈਟ ਇੰਨਾ ਸਾਡੇ ਇੰਡੀਵਿਜੂਅਲ ਤੌਰ ਦੇ ਉੱਤੇ, ਵਿਅਕਤੀ ਦੇ ਉੱਤੇ ਵੱਧ ਗਿਆ, ਫਿਰ ਸਾਨੂੰ ਉਹ ਡੈਟ ਦੇ ਨਾਲੋਂ ਜਿਹੜੀ ਸਾਡੀਆਂ ਲਾਲਸਾਵਾਂ ਨੇ ਉਹ ਜ਼ਿਆਦਾ ਭਾਰੂ ਨੇ। ਉਹ ਲਾਲਸਾਵਾਂ ਦਾ ਸਾਨੂੰ ਗਿਆਨ ਨਹੀਂ। ਦੇਖੋ ਬਾਈ ਜੀ, ਜਦੋਂ ਪਾਣੀ ਦੇ ਵਿੱਚ ਵਿਅਕਤੀ ਤੁਰਦਾ ਨਾ, ਜੇ ਉਹਨੂੰ ਪਾਣੀ ਦੇ ਉੱਤੇ ਤੈਰਦੀ ਹੋਈ ਕੋਈ ਚੀਜ਼ ਦੀ ਲਾਲਸਾ ਹੋਵੇ ਤਾਂ ਉਹ ਡੂੰਘਾਈ ਨਹੀਂ ਦੇਖਦਾ। ਉਹਨੂੰ ਉਦੋਂ ਅਕਲ ਆਉਂਦੀ ਹੈ ਜਦੋਂ ਡੁੱਬਣ ਲੱਗ ਜਾਂਦਾ, ਉਦੋਂ ਬਹੁਤ ਲੇਟ ਹੁੰਦਾ। ਇੱਕ ਮੈਂ ਨਾ ਗਜ਼ਲ ਸੁਣਦਾ ਸੀ ਛੋਟਾ ਹੁੰਦਾ, ਉਹ ਗਜ਼ਲ ਦੀਆਂ 2 ਲਾਈਨਾਂ ਨੇ, ਉਹ ਬਿਲਕੁਲ ਢੁਕਦੀਆਂ ਨੇ। ਉਹ ਕਹਿੰਦਾ ਸੱਪ ਬੀਨ ਵਜਾਇਆ ਤੇ ਮਸਤ ਹੁੰਦਾ ਤੇ ਕਦੇ ਕੱਟੇ ਅੱਗੇ ਬੀਨ ਵਜਾਈ ਦੀ ਨਹੀਂ, ਤੇਰਾ ਬਿਮਾਰ ਤੇ ਰੱਖਦਾ ਜਿਉਣ ਦੀਆਂ ਆਸਾਂ ਨਾਲ ਆਖੀ ਜਾਂਦਾ ਲੋੜ ਦਵਾਈ ਦੀ ਨਹੀਂ। ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਵਿਅਕਤੀ ਆਪਣੇ ਫਰਜ਼ਾਂ ਨੂੰ ਪਹਿਚਾਨਣ ਤੋਂ ਆਪ ਦੀ ਲਾਲਸਾਵਾਂ ਨੂੰ ਪਹਿਲ ਦਿੰਦਾ ਹੋਵੇ, ਉਹਨਾਂ ਦੀ ਸੀਰਤੀ ਦੇ ਵਿੱਚ ਤਬਦੀਲੀ ਅਸੰਭਵ ਹੈ। ਸਾਡੀ ਜਿਹੜੀ ਵੱਡੀ ਸਮੱਸਿਆ ਬੀਂਗ ਪੰਜਾਬੀ, ਬੀਂਗ ਸਿੱਖ, ਉਹ ਇੰਡੀਵਿਜੂਅਲ ਤੌਰ ਦੇ ਉੱਤੇ ਇੰਨੀ ਜ਼ਿਆਦਾ ਘਰ ਗਈ ਹੈ ਕਿ ਮੇਰਾ ਫਾਇਦਾ ਹੋਣਾ ਚਾਹੀਦਾ ਭਾਵੇਂ ਮੇਰਾ ਧੀ ਪੁੱਤ ਵੀ ਖੁਦ ਚਲੇ ਜਾਵੇ। ਇਸ ਨੂੰ ਬਦਲਣ ਦੀ ਖਾਤਰ ਟਾਈਮ ਲੱਗੂ, ਪਰ ਮੈਂ ਤੁਹਾਨੂੰ ਦਾਤ ਦਿੰਦਾ ਕਿ ਤੁਸੀਂ ਅੰਕੜਿਆਂ ਦੇ ਆਧਾਰ ਦੇ ਉੱਤੇ ਔਰ ਜਿਹੜੀਆਂ ਚੀਜ਼ਾਂ ਕੈਨੇਡੀਅਨ ਵੈਲਿਊਜ਼ ਦੇ ਨਾਲ ਨਹੀਂ ਮੇਲ ਖਾਂਦੀਆਂ ਉਹਨਾਂ
ਮੈਂ ਕਨਫਰੰਸ ਕਰਦਾ, ਮੈਂ ਸਾਡਾ ਜਿਹੜਾ ਐਮਪੀ ਹੁਣ ਅਸਤੀਫਾ ਦੇ ਗਿਆ, ਇਸ ਦੀ ਅੰਨੇ ਹੋ ਕੇ ਮੈਂ ਮਦਦ ਕਰਦਾ ਰਿਹਾ, ਆਪ ਆਪਣੀਆਂ ਵੋਟਾਂ ਆਪਣੇ ਪਰਿਵਾਰ ਦੀਆਂ, ਮਿੱਤਰਾਂ ਦੀਆਂ। ਔਰ ਸਾਨੂੰ ਇਹ ਸੀ ਕਿ ਇਹ ਯਾਰ ਸਾਡੇ ਸਿੱਖ ਨੇ, ਉਹ ਭਾਈ ਹੁਣ ਤਾਂ ਬਹੁਤ ਕੁਝ ਲੁੱਟੇ ਗਏ, ਸਾਨੂੰ ਸਾਡੇ ਅਦਾਰੇ ਲੁੱਟਦੇ ਨੇ, ਗੁਰਦੁਆਰੇ ਲੁੱਟਦੇ ਨੇ, ਸੰਸਥਾਵਾਂ ਲੁੱਟਦੀਆਂ ਨੇ, ਐਮਪੀ ਵੀ ਲੁੱਟਦੇ ਨੇ। ਉਹ ਸ਼ਕਲ ਦੇਖ ਕੇ ਇਹਨਾਂ ਪਿੱਛੇ ਨਾ ਲੱਗੋ, ਅਕਲ ਦੇਖ ਕੇ ਪਿੱਛੇ ਲੱਗਣ ਦੀ ਲੋੜ ਹੈ। ਧੰਨਵਾਦ ਸਰਦਾਰ ਜੀ, ਬਹੁਤ ਕੀਮਤੀ ਗੱਲ ਅੱਜ ਤੁਸੀਂ ਕੀਤੀ ਆ। ਔਰ ਜੇ ਕਿਸੇ ਦੇ ਖਾਨੇ 'ਚ ਪੈ ਜਾਵੇ ਉਹਨੂੰ ਕਨਫਰੰਸ ਕਰਨਾ ਚਾਹੀਦਾ, ਔਰ ਉਹਨੂੰ ਆਪਣੇ ਆਪ ਨਾਲ ਵਾਅਦਾ ਕਰਨਾ ਚਾਹੀਦਾ ਕਿ ਉਹ ਕਦਰਾਂ ਕੀਮਤਾਂ ਤੇ ਜੀਵਨ ਨੂੰ ਜਿਉਣ ਦੀ ਜਾਚ ਸਿੱਖੇ। ਧੰਨਵਾਦ। ਧੰਨਵਾਦ ਜੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਭਾਰਤ ਤੋਂ ਆਉਂਦੇ ਮੁਸਾਫਰਾਂ ਦੀ ਲੁੱਟ ਖਸੁੱਟ, ਬਹੁਤ ਅਥ ਦੁੱਖ ਦੀ ਖਬਰ ਦੀ ਤੁਹਾਨੂੰ ਸਮਝਾਉਣੀ ਹੈ, ਕਿਉਂਕਿ ਉੱਥੇ ਦੇ ਏਜੰਟ ਨਹੀਂ ਦੱਸਦੇ ਵੀ ਜਦ ਤੁਸੀਂ ਰਾਹ 'ਚ ਉਤਰਨਾ ਤੇ ਕੁਆਰੰਟੀਨ 'ਚ ਚਲੇ ਗਏ। ਇੱਕ ਮੁੰਡਾ ਕੁਆਰੰਟੀਨ 'ਚ ਚਲੇ ਗਿਆ, ਉਹ ਖਾਂਦਾ ਪੀਂਦਾ ਸੀ ਕੁਛ, ਉੱਥੇ ਮਿਲਿਆ ਨਾ ਰਸਤੇ 'ਚ ਆ ਕੇ ਕੁਛ ਨਾ ਕੁਛ ਉਹਨੇ ਵੱਧ ਖਾ ਲਿਆ, ਜਾਂ ਨਾ ਕੁਛ ਉਹਨੂੰ ਮਿਲਿਆ ਨਾ, ਉਹਦੇ ਕਰਕੇ ਪ੍ਰੋਬਲਮ 'ਚ ਹੋ ਗਿਆ, ਰਾਤ ਉਸਦੀ ਮੌਤ ਹੋ ਗਈ। ਭੋਰਾ ਬੱਚੇ ਨੇ ਕੀ ਕਰਨਾ ਯਾਰ ਤੁਸੀਂ, ਅਸੀਂ ਕਿਉਂ ਮਤਲਬ ਕਿਉਂ ਕਾਲੀਆਂ ਅਸੀਂ ਪੱਟੀਆਂ ਬੰਨ੍ਹ ਲੀਆਂ? ਤੁਸੀਂ ਅਨਕੰਡੀਸ਼ਨਲ ਕਿਉਂ ਸਪੋਰਟਾਂ ਕਿਸ ਨੂੰ ਦੇਣ ਲੱਗੇ? ਤੁਸੀਂ ਆਪਣਾ ਆਉਣ ਵਾਲੇ ਭਵਿੱਖ ਬਾਰੇ ਥੋੜਾ ਬਹੁਤਾ ਸੋਚੋ, ਇਸ ਤਰ੍ਹਾਂ ਨਾ ਕਰੋ। ਜੇ ਤੁਸੀਂ ਅਨਕੰਡੀਸ਼ਨਲ ਲੋਕਾਂ ਨੂੰ ਗੱਡੀਆਂ ਦੇਣ ਲੱਗ ਜਾਓਗੇ, ਭੁੱਲ ਜਾਓ ਤੁਹਾਨੂੰ ਸਲੇਵਰੀ ਦੇ ਵਿੱਚ ਇਹੋ ਜਿਹੀ ਗੁਲਾਮੀ 'ਚ ਧੱਕ ਦੇਣਗੇ, ਨਿਕਲ ਨਹੀਂ ਹੋਣਾ ਤੁਹਾਡੇ ਉੱਤੇ। ਮੈਂ ਤੁਹਾਨੂੰ ਦੱਸ ਕੇ ਹਟਿਆ, ਇਹਦੀ ਇੱਕ ਵੀ ਗੱਲ ਕੋਈ ਗਲਤ ਕਰ ਦੇਵੇ, ਕੋਈ ਸਿੱਧ ਕਰ ਦੇਵੇ। ਮੈਂ ਕੋਸ਼ਿਸ਼ ਕਰ ਰਿਹਾ ਫਰੈਂਕੋ ਨੂੰ, ਮਿਸਟਰ ਟਰਾਜ਼ੋ ਨੂੰ ਲੈ ਕੇ ਆਉਣ ਦਾ ਅਗਲੇ ਵੀਕ, ਜੇ ਮੈਨੂੰ ਮਿਲ ਗਏ ਉਹ ਪਹਿਲੇ ਸ਼ੋਅ ਤੇ, ਫੈਡਰਲ ਡਾਇਰੈਕਟਰ ਨੇ ਕੈਨੇਡੀਅਨ ਟੈਕਸ ਫੈਡਰੇਸ਼ਨ, ਉਹਨਾਂ ਨੂੰ ਮੈਂ ਹੋਰ ਸਿੰਪਲ ਪੁੱਛੂੰ ਵੀ ਇਸ ਤਰ੍ਹਾਂ ਕਰਜ਼ਾ ਇਹ ਕਿਵੇਂ ਆ, ਇਹ ਕਿਸ ਤਰ੍ਹਾਂ ਦੇ ਜਿਹੜੇ ਅੰਕੜੇ ਨੇ ਜਿਹੜੇ ਰੋਜ਼ਨਬਰਗ ਉਹਨਾਂ ਨੇ ਦਿੱਤੇ ਨੇ, ਇਹ ਕਿੱਧਰ ਨੂੰ ਸਾਡਾ ਦੇਸ਼ ਚੱਲਿਆ ਵੀ ਜਿੱਥੇ 67 ਬਿਲੀਅਨ ਡਾਲਰ ਅਸੀਂ ਕਰਜ਼ੇ ਦਾ ਸਿਰਫ ਤੇ ਸਿਰਫ ਇੰਟਰਸਟ ਦੇ ਰਹੇ ਤੇ ਅਗਲੇ 10 ਤੋਂ 20 ਸਾਲ ਕਿਹੋ ਜਿਹਾ ਸਮਾਂ ਆਉਣ ਵਾਲਾ, ਕਿੱਧਰ ਨੂੰ ਇੰਟਰਸਟ ਰੇਟ ਜਾਏਗਾ? ਉਹ ਕਹਿੰਦੇ ਰੋਜ਼ਨਬਰਗ ਕਹਿੰਦਾ, ਮੈਂ ਕਹਿੰਦਾ ਇਹ ਅਸਿਊਮ ਕਰਦਾ ਬਹੁਤ ਸ਼ਾਰਟ ਮੈਮਰੀਜ਼ ਆ ਲੋਕਾਂ ਦੀ, ਕਹਿੰਦਾ 1970 ਤੇ 80 ਦੇ ਵਿੱਚ ਕਹਿੰਦਾ ਟਫ ਚੁਆਇਸਿਸ ਬਣਾਉਣੀਆਂ ਪਈਆਂ ਜਦ ਜਿਹੜੀ ਫਿਸਕਲ ਤੁਹਾਡੀ ਸਿਚੁਏਸ਼ਨ ਹੈ ਉਹ ਬਹੁਤ ਮਾੜੀ ਸੀ। 52 ਹਸਪਤਾਲ ਪ੍ਰੇਰੀਜ਼ ਦੇ ਵਿੱਚ ਬੰਦ ਹੋਏ ਸੀ 1970 ਤੇ 1980 ਦੇ ਵਿੱਚ, ਤੇ ਇਹ ਸਸਕੈਚੂਨ ਦੇ ਵਿੱਚ ਵੀ ਜਦ ਕ੍ਰਾਈਸਿਸ ਹੋ ਗਿਆ, ਜਦ ਇਹ ਸਿਚੁਏਸ਼ਨ ਜਦ ਹੋ ਗਈ, ਜਦ ਤੱਕ ਅਸੀਂ ਉਸ ਨੂੰ ਛੱਡ ਦਿੱਤੀ। ਇਹ ਫਾਰਮਰ ਫਾਈਨੈਂਸ ਮਿਨਿਸਟਰ ਜੈਨਸ ਮੈਕਿਨਨ ਨੇ ਗੱਲ ਕਹੀ ਹੈ। ਇਹ ਬੰਦੇ ਜਿਹੜੇ ਨੇ ਰਿਪਿਊਟਡ ਬੰਦੇ ਨੇ, ਰੋਜ਼ਨਬਰਗ ਵਰਗਿਆਂ ਨੇ ਸਾਰੀ ਜ਼ਿੰਦਗੀ ਪਾਰਕ ਸਟਰੀਟ ਤੇ ਲਾਈ ਆ। ਉਹ ਕਹਿੰਦਾ ਵੀ ਆਰ ਹੈਡਿੰਗ ਟੂ ਅ ਸੋ ਡਾਰਕ ਚੈਪਟਰ ਆਫ ਆਵਰ ਨੇਸ਼ਨ। ਡੈਟ ਦਾ ਚੈਲੰਜ ਹੈ। ਕਦੇ ਵੀ ਕਹਿੰਦੇ ਅੱਜ ਤੱਕ ਕੋਈ ਵੀ ਜਿਹੜੇ ਪਹਿਲੇ ਟਰੂਡੋ ਤੋਂ ਪ੍ਰਧਾਨ ਮੰਤਰੀ ਰਹੇ ਨੇ, ਉਹਨਾਂ ਨੇ ਕੈਨੇਡਾ ਦੇ ਵਿੱਚ ਪਰ ਪਰਸਨ ਜਿਹੜੀ ਸਪੈਂਡਿੰਗ ਆ ਇੰਨੀ ਕਦੇ ਵੀ ਨਹੀਂ ਹੋਈ ਜਿੰਨੀ ਟਰੂਡੋ ਦੇ ਸਮੇਂ ਤੇ ਹੋਈ। Trudeau spent more than his predecessors did it in any one year during the Second World War, Korean War, during the recession of 1980, 1919, 2000. Rather than taking his foot off the gas pedal, Trudeau is using COVID-19 to increase permanent federal government spending by 100 billion by 2026. 57,000 ਕੱਲੇ ਕੈਨੇਡੀਅਨ ਤੇ ਡੈਟ ਹੈ। ਉਹ ਕਹਿੰਦਾ ਵੀ ਸੋ ਹਾਊ ਕੈਨ ਕੈਨੇਡੀਅਨ ਸ਼੍ਰਿੰਕ ਦੈਟ 57,000 ਗਵਰਨਮੈਂਟ ਡੈਟ ਬਿੱਲ? ਕਿੱਥੋਂ ਆਉਣਾ? ਉਹ ਜਿਹੜੇ ਡੈਟ ਹੈ ਕਿਤੇ ਨਾ ਕਿਤੇ ਤੁਹਾਡੀਆਂ ਸਹੂਲਤਾਂ ਕੱਟਣੀਆਂ। ਕੈਨੇਡਾ ਵਰਗੇ ਦੇਸ਼ ਦੇ ਵਿੱਚ, BC ਵਰਗੇ ਸੂਬੇ ਦੇ ਵਿੱਚ, ਸਰੀ ਵਰਗੇ ਸ਼ਹਿਰ ਦੇ ਵਿੱਚ 10-10 ਘੰਟੇ ਦੀ ਵੇਟ ਐਮਰਜੈਂਸੀ ਯਾਰ ਜਾ ਕੇ ਕਿਹੜੇ ਤੁਸੀਂ ਦੇਸ਼ ਦੀ ਗੱਲ ਕਰਦੇ ਹੋ? ਕਿਹੜੀ ਇਕਨੋਮੀ ਦੀ ਗੱਲ ਕਰਦੇ ਹੋ? ਕਿੱਥੇ ਤੁਸੀਂ ਵਸਦੇ ਹੋ? ਇਹਦੇ ਨਾਲ ਤਾਂ ਤੁਹਾਡੇ ਜੇਬ 'ਚ 500 ਰੁਪਈਆ ਹੋਵੇ ਤੇ ਡਾਕਟਰ ਅੰਦਰੋਂ ਤੁਰ ਕੇ ਬਾਹਰੋਂ ਦਾ ਚਿੱਟਾ ਕੋਟ ਪਾ ਕੇ ਉੱਥੇ ਜੇ ਜਾਂਦੇ ਲੋਕਲ ਹਸਪਤਾਲ, ਇੱਥੇ ਤੁਸੀਂ ਪੈਸੇ ਜਾਂ ਫਿਰ
ਅਮੀਰ ਜਾ ਕੇ ਕੈਂਬੀ ਕਲੀਨਿਕ ਦੇ ਵਿੱਚ ਅੱਧੇ ਘੰਟੇ 'ਚ ਦਵਾਈ ਲੈ ਕੇ ਆ ਕਰੂ, ਆਪਣੇ ਵਰਗਾ ਗਰੀਬ 11 ਘੰਟੇ ਬੈਠੇ ਕਰੂ ਹਸਪਤਾਲ ਦੇ ਵਿੱਚ। ਕਿੱਥੇ ਨੂੰ ਭੱਜਦੇ ਹੋ ਵਾਈਟ ਰੌਕ ਨੂੰ? ਕਿਉਂ ਸਰੀ 'ਚ ਰਹਿਣ ਵਾਲੇ ਸਰੀ ਦੇ ਟੈਕਸ ਪੇਅਰ, ਪ੍ਰਾਪਰਟੀ ਟੈਕਸ ਸਰੀ ਦੀ, ਕਿਉਂ ਜਾਂਦੇ ਹੋ ਵਾਈਟ ਰੌਕ ਨੂੰ? ਕਿਉਂ ਲੜਨ ਨੂੰ ਜਾਂਦੇ ਹੋ? ਕਿਉਂਕਿ 10 ਘੰਟੇ ਲੱਗਦੇ ਆ। ਜਾਨੂੰ 4 ਸਾਲਾਂ ਤੁਹਾਡਾ ਹਸਪਤਾਲ ਆਉਣਾ, ਜਿਹੜਾ ਅਗਲੀ ਇਲੈਕਸ਼ਨ 'ਚ ਆਊਗਾ 24 ਦੇ ਵਿੱਚ, ਜਨਵਰੀ ਫਰਵਰੀ 'ਚ ਦੇਣਗੇ ਤੁਹਾਨੂੰ ਹਸਪਤਾਲ। ਜਾਨੂੰ 2.5 ਲੱਖ ਬੰਦਾ ਤੁਹਾਡੀ ਸਰੀ 'ਚ ਹੋਰ ਆ ਜਾ। 1 ਮਿਲੀਅਨ ਬੰਦਾ ਤੁਹਾਡੇ ਸ਼ਹਿਰ 'ਚ ਰਹੂਗਾ। ਕਿੱਥੇ ਐਡਜਸਟ ਕਰੋਗੇ? ਕੌਣ ਦੇਖੂਗਾ? ਜਿਵੇਂ ਸਰਦਾਰ ਜੀ ਤੁਸੀਂ ਘਰ ਮੈਨੇਜ ਕਰਦੇ ਹੋ ਨਾ, $5000 ਆਇਆ, 5000 'ਚੋਂ 1500 ਮੌਰਗੇਜ ਗਈ, 500 ਬਿੱਲ ਬੱਤੀਆਂ ਇੰਟਰਨੈਟ ਜੇ ਉਹ 2000, ਉਹਦੇ ਬਾਅਦ 2 ਕਾਰਾਂ ਨੇ, ਉਹਦਾ ਇੰਸ਼ੋਰੈਂਸ, ਉਹਦੀ ਕਿਸ਼ਤ, ਉਹਦਾ ਗੈਸ $800, $250, $700 ਦੀ ਤੁਹਾਡੀ ਗਰੋਸਰੀ 3500, ਉਹਦੇ ਬਾਅਦ 1000 ਲੱਲਾ ਭੱਬਾ, ਬੱਚੇ ਪੜ੍ਹਦੇ ਨੇ 4500, ਉਹ ਕਹਿੰਦਾ $1200-1500 ਤਾਂ ਬਚਣਾ ਚਾਹੀਦਾ। 10% ਤਾਂ ਸਟੈਂਡਰਡ ਹੈ, $7000 ਤੋਂ $700 ਤਾਂ ਬਚਣਾ ਚਾਹੀਦਾ। ਲੋਕਾਂ ਦੇ ਪੈਸਿਆਂ ਤੇ ਦੇਸ਼ ਨੂੰ ਕਰਜ਼ੇ 'ਚ ਧੱਕ ਕੇ ਤੁਹਾਨੂੰ ਵੰਡ ਕੇ 40-20 ਹਜ਼ਾਰ ਕੱਢਣਾ ਕਿੱਥੋਂ ਆ ਤੁਸੀਂ? ਉਹ ਇੱਕ 19 ਪੈਂਡੈਮਿਕ ਦੇ ਵਿੱਚ ਸਪੈਂਡਿੰਗ ਹੋ ਰਹੀ ਹੈ ਜਿਹੜੀ ਵਰਲਡ ਵਾਰ ਦੇ ਵਿੱਚ, ਕੋਰੀਅਨ ਵਾਰ ਦੇ ਵਿੱਚ ਜਾਂ ਰਿਸੈਸ਼ਨ 1890 ਤੇ 2000 ਦੇ ਵਿੱਚ, ਕਿੱਥੋਂ ਕਵਰ ਅਪ ਕਰੋਗੇ ਤੁਸੀਂ ਇਸ ਨੂੰ? ਮੈਸ ਜਿਹੜੀ ਇਹ ਪੈ ਰਹੀ ਹੈ, ਇਹ ਮਿਸਮੈਨੇਜਮੈਂਟ ਹੈ, ਜਿੱਥੇ ਤੁਸੀਂ 67 ਬਿਲੀਅਨ ਡਾਲਰ ਸਿਰਫ ਕਰਜ਼ੇ ਦਾ ਇੰਟਰਸਟ ਦੇ ਰਹੇ ਹੋ, ਕਰਜ਼ਾ ਨਹੀਂ ਲਾ ਰਹੇ ਤੁਸੀਂ। ਆਹ ਸਾਲ ਦੇ ਵਿੱਚ ਇੰਟਰਸਟ ਹੈ ਜਿਹੜਾ ਫੈਡਰਲ ਤੇ ਪ੍ਰੋਵਿੰਸ਼ੀਅਲ ਕਰਜ਼ੇ ਤੇ, this year interest charges on federal and provincial debts will cost each Canadian more than $1,000. This money can't go to healthcare or to put groceries on the table because it is going to bond fund managers to service the government debt. $1000 ਆ ਸਾਲ ਦੇ ਵਿੱਚ ਤੁਸੀਂ ਪ੍ਰੋਵਿੰਸ਼ੀਅਲ ਡੈਟ ਦੀ ਜਿਹੜੀ ਕਾਸਟ ਹੈ, ਜਿਹੜਾ ਸਿਰਫ ਚਾਰਜ ਤੁਸੀਂ ਤੁਹਾਡੇ ਤੋਂ $1000 ਕੱਲੇ ਕਰਜ਼ੇ ਦਾ, ਤੇ ਸਰਦਾਰ ਜੀ 57,000 ਕੱਲੇ ਕੈਨੇਡੀਅਨ ਦੇ ਨਾਂ ਤੇ ਕਰਜ਼ਾ। ਕਿੱਥੇ ਇਨਫਰਾਸਟ੍ਰਕਚਰ ਆ? ਕਿੱਥੇ ਕੋਈ ਮਿਲਟਰੀ ਆ? ਕਿੱਥੇ ਤੁਹਾਡੀ 에ਅਰ ਫੋਰਸ ਆ? ਕਿੱਥੇ ਤੁਹਾਡੀ ਨੇਵੀ ਆ? ਕਿਹੜੀ ਤੁਹਾਡੇ ਕੋਲ ਫੈਕਟਰੀ ਆ ਜਿਹਦੇ ਤੋਂ ਮਨੀ ਆਊਗੀ? ਤੇਲ ਪੰਪ ਹੋ ਰਿਹਾ ਆਫਸ਼ੋਰ, ਰਿਫਾਈਨ ਹੋ ਕੇ ਪ੍ਰੋਡਕਟ ਤੁਹਾਡੇ ਕੋਲ ਵਾਪਸ ਆ ਰਿਹਾ। ਲੰਬਰ ਹੈ, ਲੰਬਰ ਤੁਹਾਡੀ ਸੜ ਰਹੀ ਹੈ। ਵਾਈਲਡ ਫਾਇਰ ਨੇ ਤੁਹਾਡੀ ਲੰਬਰ ਖਤਮ ਕਰ ਦਿੱਤੀ, ਲੰਬਰ ਸ਼ਿਪ ਆਊਟ ਨਹੀਂ ਕਿਤੇ ਹੋ ਰਹੀ। ਕੱਲ ਵੀ ਦੱਸਿਆ ਸੀ ਮੈਂ, ਚਾਈਨਾ ਦਾ ਲੰਬਰ ਬਣਾ ਰਿਹਾ, ਕੰਪੋਸਟ ਤੋਂ ਚੀਜ਼ਾਂ ਬਣਾ ਰਿਹਾ। ਕਿਹੜੀ ਚੀਜ਼ ਹੈ ਹੁਣ ਤੁਹਾਡੇ ਕੋਲ? ਰਹਿ ਗਿਆ ਟੂਰਿਜ਼ਮ। ਟੂਰਿਜ਼ਮ ਇਹੋ ਜਿਹੀਆਂ ਮਹਾਮਾਰੀਆਂ ਗਿਆ, ਟੂਰਿਜ਼ਮ ਖਤਮ ਹੋ ਗਿਆ ਤੇ ਤੁਹਾਡਾ ਕੰਮ ਖਤਮ ਹੈ। ਚੌਪਟ ਕਿਹੜੀ ਚੀਜ਼ ਬਣਾਈ ਆ ਜਿਹਦੇ ਕਰਕੇ ਤੁਸੀਂ ਡੈਟ ਦੇ ਵਿੱਚ ਮਹਿਸੂਸ ਕਰੋ ਵੀ ਆਹ ਚੀਜ਼ ਬਣਾਤੀ ਜਿਹਦੇ ਕਰਕੇ ਡੈਟ? ਸਿਰਫ ਤੁਹਾਨੂੰ ਪੈਸੇ ਵੰਡੇ, ਰਿਫਿਊਜੀ ਦੁਨੀਆ ਤੋਂ ਲਿਆ ਕੇ ਉਹਨਾਂ ਨੂੰ ਚੜ੍ਹੇ ਸਾਲ $35,000 ਇੱਕ ਪਰਿਵਾਰ 'ਚ, ਉਹਨਾਂ ਨੂੰ ਉੱਥੇ ਵਸਾਇਆ ਜਿੱਥੇ ਲਿਬਰਲ ਹਾਰਦੇ ਨੇ। ਕੀ ਆ ਫਿਰ ਇਹ ਸਾਰੀ? ਵੋਟਾਂ ਦੀ ਰਾਜਨੀਤੀ ਭਾਈ। ਚਲੋ ਆਟਾ ਦਾਲ ਸਕੀਮ ਆ ਉੱਥੇ, ਇੱਥੇ ਤੁਹਾਨੂੰ ਆਹ 2-2000 ਆਉਂਦਾ, ਬਸ ਸੇਮ ਹੈ। ਇਹ ਕੈਨੇਡਾ, ਉਹ ਭਾਰਤ ਹੈ। ਉੱਥੇ ਨੀਲੇ ਕਾਰਡ ਨੇ, ਇੱਥੇ ਲਾਲ ਕਾਰਡ ਨੇ, ਬਸ ਲਈ ਚਲੋ 2000। ਆਉਣਾ ਕਾਹਦੇ ਚੋਂ ਹੈ? ਜੇ ਸਰਪਲਸ ਫੰਡ ਚੋਂ ਆ ਰਿਹਾ ਫਿਰ ਤਾਂ ਦੇ ਦੇਣਗੇ, ਪਰ ਜਦ ਕਰਜ਼ਾ ਚੱਕ ਕੇ ਆਉਂਦਾ ਹੈ, ਕਰਜ਼ਾ ਤਾਂ ਸਰਦਾਰ ਜੀ ਚੱਕ ਕੇ ਤੁਸੀਂ ਲਾਈਨ ਆਫ ਕ੍ਰੈਡਿਟ ਚੱਕ ਲਓ, ਚੜੇ ਮਹੀਨੇ 2000 ਦੀ, ਮੋੜਨੇ ਹੀ ਨੇ। ਪਰ ਉਹ ਟੈਕਸ ਦੇ ਵਿੱਚ ਧੱਕੇ ਨਾਲ ਗੁੱਟ ਫੜ ਕੇ ਸਰਕਾਰਾਂ ਜਦ ਪੈਸੇ ਲੈਂਦੀਆਂ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਸਾਤੋਂ ਲੈ ਗਈ। ਰਾਹ ਦੇ ਵਿੱਚ ਜਿਹੜੇ ਲੋਕ ਫਸ ਰਹੇ ਨੇ, ਔਖੇ ਹੋ ਕੇ ਆ ਰਹੇ ਨੇ, ਮੋਹਿਤ ਹੋਣੀ ਨੇ ਮੇਰੇ ਨਾਲ, ਉਹ ਗੱਲ ਦੱਸਣੀ ਚਾਹੁੰਦੇ ਆ ਉਹਨਾਂ ਦੇ ਪੇਰੈਂਟਸ ਕਿਵੇਂ ਸਟਕ ਨੇ, ਆਪ $4-4,000 ਲਾ ਕੇ ਕਿਵੇਂ ਆਏ ਨੇ, ਉਹ ਆਪਣੀ ਕਹਾਣੀ ਦੱਸਣਾ ਚਾਹੁੰਦਾ। ਮੋਹਿਤ ਜੀ ਸਵਾਗਤ, ਸਤਿ ਸ੍ਰੀ ਅਕਾਲ। ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ। ਹਾਂਜੀ ਭਾਈ, ਦੇਖੋ ਲਾਸਟ ਈਅਰ ਦੀ ਪ੍ਰੋਬਲਮ ਚੱਲੀ ਜਾ ਰਹੀ ਹੈ, ਪਰ ਜਿੱਦਾਂ ਸਾਡੀ ਗਵਰਨਮੈਂਟ ਦਾ, ਮੈਂ ਤੈਨੂੰ ਟੋਟਲ ਜਿੱਦਾਂ ਫੇਲੀਅਰ ਹੀ ਕਹੂੰਗਾ। ਜਿੱਦਾਂ ਇਹਨਾਂ ਨੇ ਲਾਸਟ ਈਅਰ ਵੀ ਮਿਸਮੈਨੇਜ ਕੀਤਾ, ਉੱਥੋਂ ਕੱਢਣ ਲੱਗਿਆ, ਤੇ ਹੁਣ ਵੀ ਜਿੱਦਾਂ ਇਹਨਾਂ ਨੇ ਬਲੈਂਕਟ ਬੈਨ ਹੀ ਲਾਇਆ ਹੋਇਆ ਉੱਥੋਂ ਦਾ ਕਿ ਕੋਈ ਆ ਨਹੀਂ ਸਕਦਾ। ਹਾਂ, ਪਰ ਥਰਡ ਕੰਟਰੀ ਦੇ ਥਰੂ ਆ ਸਕਦਾ। ਸੋ ਲੋਕੀ ਇਹੋ ਜਿਹੀਆਂ ਕੰਟਰੀਆਂ ਦੇ ਥਰੂ ਆਉਣ ਡਏ ਆ ਜਿੱਦਾਂ ਕੋਈ ਨਾਮ ਨਹੀਂ ਸੁਣਿਆ ਹੋਣਾ, ਸਰਬੀਆ, ਅਲਬੇਨੀਆ,
ਤੇ ਆ ਚਲੋ ਮੈਕਸੀਕੋ ਦਾ ਤੇ ਪਤਾ ਹੀ ਆ, ਉਧਰੋਂ ਵੀ ਆ ਰਹੇ ਆ ਮੈਕਸੀਕੋ ਥਾਣੀ ਲੋਕੀ ਬਹੁਤ ਖੱਜਲ ਹੋਣ ਡਏ ਆ। ਕਈਆਂ ਨੂੰ ਪਤਾ ਨਹੀਂ ਹੁੰਦਾ। ਪਿੱਛੇ ਜੇ ਮੈਨੂੰ ਪਤਾ ਲੱਗਾ ਸਪਾਈਸ ਜੈਟ ਕੋਈ ਫਲਾਈਟ ਲੈ ਕੇ ਗਈ ਉੱਥੇ ਅਲਬੇਨੀਆ ਦੇ, ਉੱਥੇ ਉਹਨਾਂ ਦਾ ਰੂਲ ਸੀਗਾ ਕਿ ਉੱਥੇ ਜੇ ਤੁਹਾਨੂੰ ਕੁਆਰੰਟੀਨ ਕਰਨਾ ਪੈਣਾ, ਸਟੂਡੈਂਟ ਉੱਥੇ ਫਸ ਗਏ, ਉਹਨਾਂ ਨੂੰ ਫਿਰ ਕੁਆਰੰਟੀਨ ਕਰਾਇਆ ਉਹਨਾਂ ਨੇ ਉੱਥੇ ਸਰਬੀਆ 'ਚ। ਤੇ ਹੁਣ ਇਹਨਾਂ ਨੇ 3 ਮਹੀਨੇ ਹੋ ਚੱਲੇ ਆ ਬੈਨ ਲਾਏ ਨੂੰ, ਕੋਈ ਇਹਨਾਂ ਨੂੰ ਪਤਾ ਨਹੀਂ। ਹੁਣ ਮਹੀਨਾ ਕਰਕੇ ਬੈਨ ਵਧਾਈ ਜਾ ਰਹੇ ਆ। ਪਾਕਿਸਤਾਨ ਤੇ ਲਾਸਟ ਮੰਥ ਇਹਨਾਂ ਨੇ ਬੈਨ ਹਟਾ ਦਿੱਤਾ ਵਾ, ਉੱਥੋਂ ਫਲਾਈਟ ਆ ਸਕਦੀ ਆ। ਤੇ ਇੰਡੀਆ ਦੇ ਹਜੇ ਵੀ ਇਹਨਾਂ ਨੇ ਬੈਨ ਲਾਇਆ ਹੋਇਆ ਵਾ। ਮਤਲਬ ਤੁਸੀਂ ਕੋਈ ਇੰਨੇ ਮਹੀਨਿਆਂ 'ਚ ਕੋਈ ਪਾਲਿਸੀ ਬਣਾਓ, ਕੋਈ ਉੱਥੇ ਏਡੇ ਵੱਡੇ ਹਸਪੀਟਲ ਹੈਗੇ ਜਿੱਦਾਂ ਮੈਦਾਨਤਾ ਹੋ ਗਿਆ, ਕੋਈ ਫੋਰਟਿਸ ਦੀ ਚੇਨ ਕੇ ਇਹਨਾਂ ਤੇ ਉੱਥੇ ਟਾਈ ਅਪ ਕਰ ਲੈ, ਵੈਸੇ ਅਸੀਂ ਇਹਨਾਂ ਦੀ ਟੈਸਟ ਰਿਪੋਰਟ ਮੰਨ ਲਾਂਗੇ। ਤੇ ਇਹ ਕਹਿ ਦੇਣਾ ਕਿ ਅਸੀਂ ਮੰਨਣੀ ਨਹੀਂ। ਦਿੱਲੀ ਤੁਸੀਂ ਬੈਠੇ ਹੋ, ਪ੍ਰੋਬਲਮ ਦਾ ਦਿੱਲੀ ਬੈਠੇ ਹੋ ਤੁਸੀਂ, ਇੱਕ ਪੋਰਟਲ ਉੱਥੇ ਸੈੱਟ ਕਰ ਲਓ, ਉਹਦੇ ਉੱਤੇ ਫੋਰਟਿਸ ਆ, ਮੈਦਾਨਤਾ ਹੈ ਵੀ ਆਉਣ ਵੇਲੇ ਭਾਈ ਵਿੱਚ ਦੀ ਲੰਘ ਕੇ ਆਓ ਤੇ ਆਪਣਾ ਟੈਸਟ ਕਰਾ ਕੇ ਆਓ। ਤੇ ਤੁਸੀਂ ਆ ਸਕਦੇ ਹੋ। ਤੇ $4,000 ਦੇ ਕੇ ਕੋਈ ਸਰਬੀਆ ਉਤਰ ਜਾਏ, ਕੋਈ ਮੈਕਸੀਕੋ ਉਤਰ ਜਾਏ, ਕੋਈ ਕਿਤੇ ਉਤਰ ਜਾਏ, ਉਸ ਤਰ੍ਹਾਂ ਆ ਜਾਓ, ਪਰ ਸਿੱਧੇ ਨਹੀਂ ਆ ਸਕਦੇ। ਕਮਾਲ ਹੋ ਗਈ। ਮਤਲਬ ਇਹਨਾਂ ਨੂੰ ਤੇ ਜਿੱਦਾਂ ਕਤਰ ਨੇ ਅਲਾਉ ਕਰਨਾ ਸ਼ੁਰੂ ਕਰਤਾ, ਸੋ ਕਤਰ ਵਾਲਾ ਰੂਟ ਫਿਰ ਵੀ ਥੋੜਾ ਠੀਕ ਹੈ। ਮੈਂ ਸੋਚਣਿਆ ਮੇਰੇ ਡੈਡ ਉੱਤੇ ਸਟਕ ਆ ਕਿ ਉਹਨਾਂ ਨੂੰ ਵਾਇਆ ਕਤਰ ਜਿੱਦਾਂ ਮੈਂ ਬੁਲਾ ਲਾਂ। ਉਹਨਾਂ ਨੇ ਕਾਫੀ ਵਧੀਆ ਆਪਣਾ ਪੋਰਟਲ ਬਣਾਇਆ ਵਾ, ਤੁਹਾਨੂੰ ਆਨਲਾਈਨ ਅਪਰੂਵਲ ਭੇਜ ਦਿੰਦੇ ਆ ਫਲਾਈਟ ਤੋਂ ਪਹਿਲਾਂ ਕਿ ਤੁਸੀਂ ਉਧਰੋਂ ਦੀ ਆ ਸਕਦੇ ਜੇ। ਸੋ ਅੰਮ੍ਰਿਤਸਰੋਂ ਵੀ ਫਲਾਈਟ ਮਿਲ ਜਾਂਦੀ ਹੈ ਡਾਇਰੈਕਟ ਦੋਹਾ ਦੀ। ਤੇ ਪਰ ਚੱਕਰ ਇਹ ਆ ਕਿ ਵਾਏ ਤੁਸੀਂ ਦੂਜੀ ਕੰਟਰੀ ਤੇ ਡਿਪੈਂਡੈਂਟ ਆ, ਫਿਰ ਆਊਟਸੋਰਸ ਹੀ ਕਰ ਦਿਓ ਆਪਣੀ 에ਅਰਲਾਈਨ। ਜੇ ਤੁਸੀਂ ਕਰਨਾ ਹੀ ਨਹੀਂ ਕੰਮ, ਤੁਸੀਂ ਲਾਸਟ ਈਅਰ ਵੀ ਤੱਕ ਨਹੀਂ ਕੀਤਾ, ਇਸ ਸਾਲ ਵੀ ਤੁਸੀਂ ਕਹਿਤਾ ਕਿ ਵੀ ਅਸੀਂ ਨਹੀਂ ਲਿਆਉਣੇ, ਅਸੀਂ ਬੰਦ ਹੀ ਕਰਤਾ ਵਾ ਕੰਪਨੀ। ਲਾਸਟ ਈਅਰ ਇਹਨਾਂ ਨੇ ਇੰਡੀਆ ਤੇ ਬਲੇਮ ਪਾਤਾ ਸੀ, ਹੁਣ ਆਪ ਹੀ ਉਹ ਕੰਮ ਕਰਨ ਡਏ ਆ। ਜੀ ਸਾਹਿਬ, ਇੱਕ ਹੁਣੇ ਮੈਸੇਜ ਆਇਆ ਸਾਈਪਰਸ ਰਾਹੀਂ ਫਲਾਈਟ ਲੈਣ ਦੀ, ਦੱਸਿਆ ਹੈ ਨਹੀਂ ਏਜੰਟ ਨੇ। ਸਾਈਪਰਸ ਕੁਆਰੰਟੀਨ ਦੇਤਾ 7 ਦਿਨਾਂ ਦਾ। ਕੋਈ ਮੁੰਡਾ ਸੀ, ਉਹ ਉੱਥੇ 7 ਦਿਨ ਰਿਹਾ, ਸਿਹਤ ਖਰਾਬ ਹੋ ਗਈ, ਐਡਿਕਸ਼ਨ ਹੋਣੀ ਹੈ, ਤੇ ਉੱਥੋਂ ਆ ਕੇ ਪਹਿਲੀ ਰਾਤ ਆ ਕੇ ਸੁੱਤਾ ਤੇ ਰਾਤ ਉਹਦੀ ਡੈਥ ਹੋ ਗਈ। 2 ਭੋਰਾ ਜਵਾਕ। ਦੱਸੋ ਹੁਣ ਕੌਣ ਉਹਦਾ ਹਿਸਾਬ ਦਊਗਾ? ਤੇ ਮੈਂ ਵੇਖੋ, ਸਟੂਡੈਂਟ ਵੀ ਥਰਡ ਕੰਟਰੀ ਤੋਂ ਆ ਸਕਦਾ, PR ਵੀ ਥਰਡ ਕੰਟਰੀ ਤੋਂ ਆਵੇ ਤੇ ਸਿਟੀਜ਼ਨ ਵੀ ਥਰਡ ਕੰਟਰੀ ਤੋਂ ਆਵੇ। ਮਤਲਬ ਇਹਨਾਂ ਨੇ ਸਿਟੀਜ਼ਨ ਨੂੰ ਵੀ ਮਤਲਬ ਆਪਣਾ ਨਹੀਂ ਮੰਨਿਆ। ਲੋਕੀ ਤਾਂ ਵਾਰ ਟੌਰਨ ਕੰਟਰੀ ਤੋਂ ਆਪਣੇ ਸਿਟੀਜ਼ਨ ਨੂੰ ਕੱਢ ਕੇ ਲਿਆਉਂਦੇ ਆ, ਇਹਨਾਂ ਨੇ ਤਾਂ ਬੰਦ ਹੀ ਕਰਤਾ। ਇਹ ਵੀ ਲਿਆਉਂਦੇ ਆ, ਇਹ ਵੀ ਲਿਆਉਂਦੇ ਆ, ਇਹ ਵੀ ਰਿਫਿਊਜੀਆਂ ਨੂੰ ਜੱਫੀਆਂ ਪਾਉਂਦੇ ਆ ਟੋਰਾਂਟੋ 에ਅਰਪੋਰਟ ਤੇ, ਜਿੱਥੋਂ ਵੋਟਾਂ ਲੈਣੀਆਂ ਨੇ ਕਰਦੇ ਆ। ਇਹ ਕਿਤੇ ਕਰਦੇ ਨਹੀਂ। ਉਹ ਆਪਣਿਆਂ ਨੇ ਫਿਰ ਵੋਟਾਂ ਪਾ ਦੇਣੀਆਂ, ਉਹਨਾਂ ਨੂੰ ਸਾਰਿਆਂ ਨੂੰ ਭੁੱਲ ਜਾਣਾ ਵਾ ਸਾਡੇ ਨਾਲ ਕੀ ਹੋਇਆ, ਸਾਨੂੰ ਕਿੱਦਾਂ ਟਰੀਟ ਕੀਤਾ ਗਿਆ। ਉਦਾਂ ਇੰਨੇ ਗੁਣਗਾਨ ਕਰਦੇ ਆ। ਪੁੱਛੋ ਪੋਲੀਟੀਸ਼ੀਅਨਾਂ ਨੂੰ ਕਿ ਕਿਉਂ ਤੁਸੀਂ ਬਲੈਂਕਟ ਪਾਕਿਸਤਾਨ ਤੋਂ ਕਿੱਦਾਂ ਬੈਨ ਢਾਤਾ, ਇਹਨਾਂ ਨੇ ਮੈਨੂੰ ਸਮਝ ਨਹੀਂ ਆਈ। ਮਤਲਬ ਉਹ ਇੰਡੀਆ ਤੋਂ ਵਧੀਆ ਕੰਟਰੀ ਹੋ ਗਿਆ ਹੁਣ, ਤੇ ਇੰਡੀਆ ਇੰਨਾ ਲੋ ਲੈਵਲ ਤੇ ਆ ਗਿਆ ਕਿ ਤੁਸੀਂ ਉਹ ਤੋਂ ਬੈਨ ਨਹੀਂ ਢਾਉਣ ਦੇ। ਅੱਛਾ, ਲਾਸਟ ਈਅਰ ਆਪਾਂ ਜਿਹੜੀ ਕੈਂਪੇਨ ਆਫ ਫਲਾਈਟਸ ਕੀਤੀ ਸੀ, ਮੈਨੂੰ ਤੁਹਾਡਾ ਯਾਦ ਆ, ਤੁਸੀਂ ਔਨ 에ਅਰ ਤੇ ਆ ਕੇ ਤੇ ਟੀਵੀ ਤੇ ਵੀ ਇੰਟਰਵਿਊਆਂ ਦਿੱਤੀਆਂ। ਪਿਛਲੇ ਸਾਲ ਕੀ ਹਾਲ ਹੋਇਆ ਸਾਡਾ? 3-4 ਮਹੀਨੇ ਕਿਹੜੇ ਹਾਲਾਂ 'ਚ ਲਏ ਆ? ਹਾਲ ਸੀ ਕੋਈ? ਆਹ ਤੁਸੀਂ ਆਪ ਵੇਖੋ ਨਾ, ਉਦੋਂ ਕੀ ਇਹਨਾਂ ਨੇ ਲਾਸਟ ਈਅਰ ਜਿੱਦਾਂ ਇਹਨਾਂ ਨੇ ਟ੍ਰੀਟ ਕੀਤਾ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਮਤਲਬ ਇਹਨਾਂ ਨੇ ਉੱਥੇ ਇੰਨੇ ਹਾਈ ਪੇਇੰਗ ਆਫੀਸਰ ਭਾਏ ਆ, ਦਿੱਲੀ ਅੰਬੈਸੀ 'ਚ ਵੀ ਇੰਨਾ ਵੱਡੀ ਅੰਬੈਸੀ ਖੋਲੀ ਆ, ਉਹ ਕੋਈ ਹੱਲ ਹੀ ਨਹੀਂ ਲੱਭ ਪਾਉਣ ਦੇ। ਤੁਸੀਂ ਓਕੇ, ਤੁਸੀਂ ਮੈਂ ਮੰਨਦਾ ਕਿ ਉੱਥੋਂ ਕੋਈ ਲੋਕੀ ਗਲਤ ਰਿਪੋਰਟਾਂ ਬਣਾ ਲੈਂਦੇ ਆ, ਵੇਖਦੀਆਂ ਹੋਣਗੀਆਂ ਰਿਪੋਰਟਾਂ, ਹੀ ਮੰਨਦੇ ਤੁਹਾਡੀ ਗੱਲ, ਪਰ ਉਹਦਾ ਕੋਈ ਸੋਲੂਸ਼ਨ ਤੇ ਹੋਣਾ ਚਾਹੀਦਾ ਨਾ। ਕਿ ਤੁਸੀਂ ਵੇਟ ਕਰੋ ਕਦੋਂ ਕੇਸ ਘਟਣਗੇ, ਅਸੀਂ ਕਦੋਂ ਉਦੋਂ ਫਲਾਈਟਾਂ ਖੋਲਾਂਗੇ। ਉਹਨਾਂ ਚਿਰ ਬੈਠੇ ਤੇ ਉੱਥੇ ਬੈਠੇ ਰਹੋ, ਮਰਦੇ ਜੇ ਤੇ ਮਰੀ ਜਾਓ। ਬਿਲਕੁਲ, ਬਹੁਤ ਮੰਦਾ ਹਾਲ ਹੈ। ਕਿਉਂਕਿ ਤੁਹਾਡੀ ਗੱਲ ਕਿਹਨੇ ਕਰਨੀ ਹੈ, ਰੌਲਾ ਕਿਹਨੇ ਪਾਉਣਾ ਹੈ? ਤੁਹਾਡੇ ਰਿਪਰੈਜ਼ੈਂਟੇਟਿਵ ਨੇ, ਜਿਹੜੇ ਤੁਹਾਡੇ MP ਨੇ, ਉਹ ਤਾਂ ਫਿਰਦੇ ਆ ਤੁਹਾਡੇ ਇਲੈਕਸ਼ਨ ਕੈਂਪੇਨ 'ਚ। ਉਹ ਤਾਂ ਕਹਿ ਦਿੰਦੇ ਆ ਸਿੱਧੇ ਹੀ, ਨਾਲੇ ਸਿੱਧਾ ਹੀ ਕਹਿ ਦਿੰਦੇ ਅਸੀਂ ਤੇ ਤੁਹਾਨੂੰ ਵਾਰਨ ਕੀਤਾ ਸੀ। ਹੁਣ ਭਾਜੀ ਬੰਦੇ ਨੂੰ 100 ਪ੍ਰੋਬਲਮ ਹੋ ਸਕਦੀ, ਉਹਨੂੰ ਜਾਣਾ ਪੈ ਸਕਦਾ, ਉਹਦੀ ਕੋਈ ਫਾਈਨੈਂਸ਼ੀਅਲ ਕੰਸਰਨ ਹੋ ਸਕਦਾ, ਕੋਈ ਫੈਮਿਲੀ ਦਾ ਮੈਟਰ ਹੋ ਸਕਦਾ, ਉਹਨੇ ਜਾਣਾ। ਤੁਸੀਂ ਕਹਿ ਦੋ ਅਸੀਂ ਤੇ ਤੁਹਾਨੂੰ ਵਾਰਨ ਕੀਤਾ, ਮਤਲਬ ਤੁਸੀਂ 10 ਸਾਲ ਵਾਰਨ ਕਰਦੇ ਰਹੋਗੇ, ਅਗਲਾ ਬੰਦਾ ਟਰੈਵਲ ਨਾ ਕਰੇ। ਉਦਾਂ ਵੀ ਆਂਦੇ ਇਕਨੋਮੀਆਂ ਖੋਲ ਦੇਣੀਆਂ, ਏਦਾਂ ਦੇ ਫਿਰ ਤੁਸੀਂ 10 ਸਾਲ ਬੈਠੇ ਰਹੋ, 에ਅਰਲਾਈਨਾਂ ਬੰਦ ਕਰ ਦੋ। ਤੇ ਫਿਰ 에ਅਰ ਕੈਨੇਡਾ ਨੂੰ ਬੇਲ ਆਊਟ ਕਿਉਂ ਦਿੰਦੇ? 6.5% ਕੈਨੇਡੀਅਨ ਗਵਰਨਮੈਂਟ ਓਨ ਕਰਦੀ ਹੈ 에ਅਰ ਕੈਨੇਡਾ 'ਚ ਸਟੇਕ। ਬਿਲੀਅਨਸ ਆਫ ਡਾਲਰ ਦੇ ਨੇ, ਬਹੁਤ ਜ਼ਿਆਦਾ ਐਕਸਪਲੋਇਟੇਸ਼ਨ, ਹਰਾਸਮੈਂਟ ਇੰਨੀ ਹੋਣ ਡਈ ਆ ਲੋਕਾਂ ਦੀ। ਮਤਲਬ ਇਹਨਾਂ ਨੇ ਸਭ ਖੋਤਾ ਘੋੜਾ ਬਰਾਬਰ ਕਰਤਾ। ਸਿਟੀਜ਼ਨ ਜੇ ਭਾਵੇਂ ਜੋ ਵੀ ਹੈ ਤੁਹਾਡਾ ਸਟੇਟਸ ਹੈ, ਦੇ ਡੋਂਟ ਕੇਅਰ। ਮਤਲਬ ਉਦਾਂ ਮਤਲਬ ਕੈਨੇਡਾ ਯੂਜ਼ਡ ਟੂ ਬੀ ਅ ਚੈਂਪੀਅਨ ਆਫ ਹਿਊਮਨ ਰਾਈਟਸ ਤੇ ਸੋਸ਼ਲ ਵੈਲਫੇਅਰ, ਬਟ ਇਹਨਾਂ ਨੇ ਇਸ ਗਵਰਨਮੈਂਟ ਨੇ ਤੇ ਲਾਈਕ ਐਵਰੀਥਿੰਗ ਆਪੋਜ਼ਿਟ ਹੀ ਕੀਤਾ ਉਹਦੇ ਨਾਲੋਂ। ਅੱਛਾ, ਜਿਹੜਾ ਹੁਣ ਬੰਦਾ ਮਰ ਗਿਆ ਰਾਤ,
ਉਤਰਿਆ ਸਾਈਪਰਸ 7 ਦਿਨ ਆ ਕੇ, ਉਹਦਾ ਕੋਈ ਹਿਸਾਬ ਦੇ ਸਕਦਾ ਸਰਕਾਰ? ਇਹਨਾਂ ਦੇ MP ਦੇ ਸਕਦੇ ਆ? ਜਿਹਨੂੰ ਪਤਾ ਨਹੀਂ ਸੀ, ਉਹਦਾ ਪਤਾ ਜਦ ਲੱਗਿਆ ਸਾਈਪਰਸ ਉਤਰਿਆ, ਕਹਿੰਦਾ ਚਲੋ 7 ਦਿਨ, ਉਹ ਕਿਸੇ ਤਰੀਕੇ ਨਾਲ ਆਪਣਾ ਔਨ ਫਲਾਈਟ ਕੋਈ ਨਾ ਚੀਜ਼ ਉਹਦੀ ਘਟ ਗਈ। ਹੁਣ ਕਹਿ ਨਹੀਂ ਸਕਦੇ, ਗਏ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ, ਪਰ ਉਹ ਰਾਤ ਆ ਕੇ ਪਹਿਲੀ ਰਾਤ ਸੁੱਤਾ ਤੇ ਸਵੇਰੇ ਉੱਠਿਆ ਨਹੀਂ ਉਹ। ਭਾਜੀ ਮੈਂ ਤੁਹਾਨੂੰ ਇੱਕ ਸਟੋਰੀ ਭੇਜੀ ਆ, ਉੱਥੇ ਬੰਦੇ ਨੇ ਨਾ ਪੀਪਲ ਸਟੈਂਡਰਡ ਇਨ ਇੰਡੀਆ ਵਾਲੇ ਗਰੁੱਪ 'ਚ ਕਿਸੇ ਬੱਚੇ ਨੇ ਮੂਵਮੈਂਟ ਕਰਤੀ ਮੈਕਸੀਕੋ 에ਅਰਪੋਰਟ ਤੇ, ਉਹਦੇ ਕੋਲੋਂ ਸਾਫ਼ ਕਰਾਈ ਉਸ 에ਅਰਪੋਰਟ ਤੋਂ ਉਹਨਾਂ ਨੇ ਮੂਵਮੈਂਟ। ਬੰਦੇ ਨੇ ਇਹੋ ਜਿਹੀਆਂ ਸਟੋਰੀਆਂ ਦੱਸਦਾ, ਬੰਦੇ ਨੂੰ ਡਰ ਲੱਗਦਾ ਕਿ ਮੇਰੇ ਪੇਰੈਂਟਸ ਕਿਤੇ ਫਾਸੀ ਨਾ ਜਾਣ ਇਹੋ ਜਿਹੇ 에ਅਰਪੋਰਟ ਤੇ। ਬਹੁਤ ਜ਼ਿਆਦਾ ਮੁਸ਼ਕਲ ਹੈ, ਥੋੜੀ ਨਹੀਂ, ਔਰ ਕੋਈ ਸਮਝ ਨਹੀਂ ਰਿਹਾ। ਸਿਰਫ ਪੈਸੇ ਦੇਤੇ, ਟਰੂਡੋ ਨੇ ਪੈਸੇ ਦੇਤੇ, ਮੈਜੋਰਟੀ ਹੋ ਜੂ। ਹਾਲੇ ਵੋਟਾਂ ਡਿਕਲੇਅਰ ਨਹੀਂ ਹੋਈਆਂ, ਪਈਆਂ ਨਹੀਂ, ਹੁਣੇ ਕਹੀ ਜਾਂਦੇ ਮੈਜੋਰਟੀ ਐਤਕੀ ਤਾਂ ਫਿਰ ਸਵੀਪਿੰਗ ਆ ਇਹਦੀ। ਹੁਣ ਤਾਂ ਐਤਕੀ ਤਾਂ ਮਤਲਬ ਢੇੜ ਕੇ ਸਿੱਟ ਦੂ ਦਾ। ਦੱਸ ਕਾਹਦੀ ਗੱਲ ਨਹੀਂ ਢੇੜ ਕੇ ਸਿੱਟ ਦੂ ਉਹ? ਤੁਸੀਂ ਬਿਠਾਓ ਤਾਂ ਸਹੀ, ਪੈਨਲ ਤਾਂ ਸੱਦੋ। ਇਹਨਾਂ ਨੂੰ ਮੈਂ ਕਹਿਣਾ ਹੁੰਦਾ, ਜਿਹੜੇ ਚੁਣੇ ਹੋਏ ਨੇ ਤੁਹਾਡੇ ਬੈਂਕਟ ਹਾਲ ਦੇ, ਅਸੀਂ ਦਿੰਦੇ ਆ ਪੈਸੇ, ਮੂਹਰੇ ਕੁਰਸੀਆਂ ਤੇ ਬੈਠੇ ਹੋ, 500 ਬੰਦਾ 400 ਜਿੰਨਾ ਅਲਾਉ ਹੋਊਗਾ, ਮੂਹਰੇ ਬੈਠੋ, ਦਿਓ ਸਵਾਲਾਂ ਦੇ ਜਵਾਬ। ਸਰਕਾਰਾਂ ਦਾ ਤਨਖਾਹਾਂ ਲੈਂਦੇ ਹੋ, ਕਈ ਤਰੀਕੇ ਦੇ ਨਾਲ ਕੋਈ ਆਪਣਾ ਮੁੱਦਾ ਚੁੱਕਦੇ ਹੀ ਨਹੀਂ ਆ। ਮੈਂ ਇਹਨਾਂ ਨੂੰ ਬਹਿ ਕੇ ਦੱਸਿਆ ਆਪ, ਮੈਂ ਨਾਂ ਨਹੀਂ ਲੈਣਾ, ਕਈ ਐਮਪੀਆਂ ਨੂੰ ਭੇਜਿਆ, ਪਟੀਸ਼ਨ ਸਾਈਨ ਕਰਾਈ 150 ਬੰਦੇ ਦੀ, ਕਿ ਜਦੋਂ ਵੀ ਕੱਲ ਨੂੰ ਫਲਾਈਟਾਂ ਖੁੱਲਦੀਆਂ ਵਾ, ਇਹ ਪਲੀਜ਼ ਟਰਾਈ ਕਰੋ ਉੱਥੇ 에ਅਰ ਇੰਡੀਆ ਜਿਹੜੀ ਗਵਰਨਮੈਂਟ 에ਅਰਲਾਈਨ ਆ, ਕਿਸੇ ਤਰੀਕੇ ਅੰਮ੍ਰਿਤਸਰ ਤੋਂ 2 ਦਿਨ ਕਰਾ ਦਿਓ ਫਲਾਈਟ। ਲੋਕਾਂ ਦੇ ਧੱਕੇ ਮੁੱਕ ਜਾਣਗੇ। ਪੀੜ੍ਹੀਆਂ ਦੀਆਂ ਪੀੜ੍ਹੀਆਂ ਦਿੱਲੀ ਟਰੈਵਲ ਕਰਨ ਦੀਆਂ, ਤੇ ਇਹਨਾਂ ਨੂੰ ਕਦੀ ਨਹੀਂ ਵਿਕਿਆ ਕਿ ਲੋੜ ਹੈਗੀ ਹੈ ਇਸ ਚੀਜ਼ ਦੀ। ਮਤਲਬ ਇਟਸ ਵੈਟੀਕਨ ਆਫ ਆਪਣੀ ਕਮਿਊਨਿਟੀ ਦਾ ਅੰਮ੍ਰਿਤਸਰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਧੁਰਾ ਵਾ ਤੁਹਾਡਾ ਧਰਮ ਦਾ। ਤੁਸੀਂ ਇੱਕ ਫਲਾਈਟ ਨਹੀਂ ਲਵਾ ਸਕਦੇ ਤੇ ਤੁਸੀਂ ਕੀ ਪੋਲੀਟੀਕਲੀ ਗੇਨ ਕੀਤਾ? ਕੀ ਤੁਹਾਡੇ ਕੋਲ ਪਾਵਰ ਹੈ? ਕੋਈ ਪਾਵਰ ਨਹੀਂ ਹੈਗੀ ਇਹਨਾਂ ਕੋਲ ਪੋਲੀਟੀਕਲ। ਨਹੀਂ, ਇੱਕ ਹੋਰ ਵੀ ਮੋਹਿਤ, ਪਿਛਲੀ ਵਾਰ ਅਸੀਂ ਖੋਜਲਦੇ ਰਹੇ, ਪੈਸੇ ਇਕੱਠੇ ਕਰੋ, ਫਲਾਈਟਾਂ ਕਰੋ, ਸਾਈਨ ਕਰੋ। ਇਹਨਾਂ ਨੇ ਇਲੈਕਸ਼ਨ ਕੰਪੇਨ ਚਲਾ ਲਈ, ਘਰ ਦੇ ਫੋਨਾਂ ਤੇ ਫੋਨ ਕਰੋ, ਸਾਨੂੰ ਸੱਦ ਲਓ, ਅੱਛਾ ਤੁਹਾਨੂੰ ਪਾ ਦਿੰਦੇ ਆ। ਫਿਰ ਰਹਿਣੇ ਕਿੱਥੇ ਹੋ? ਜਿਹਦੇ ਹਲਕੇ 'ਚ ਰਹਿੰਦੇ ਹੋ, ਅਗਲੇ ਨੇ ਆਪਣੀਆਂ ਵੋਟਾਂ ਸਹੀ ਕਰਨੀਆਂ, ਉਹ ਹੁਣ ਪਾਣੀ ਚੜਾਉਂਦੇ ਨੇ ਵੀ ਸਾਨੂੰ ਤਾਂ ਸੱਦ ਲਿਆ ਸੀ। ਕਮਾਲ ਕਰਦੇ ਨੇ ਯਾਰ। ਭਾਈ ਇੰਨੀ ਗੁਲਾਮੀ, $3500 ਦੇ ਕੇ ਤੁਸੀਂ ਆਏ ਜੇ, ਤੁਹਾਨੂੰ ਸੱਦ ਲਿਆ, ਕੋਈ ਤਰਸ ਕੀਤਾ ਤੁਹਾਡੇ ਤੇ? ਉਹਨਾਂ ਦੀ ਡਿਊਟੀ ਹੈ ਕੰਮ ਕਰਨਾ। ਦੇ ਆਰ ਮੇਕਿੰਗ $150,000 a year। ਉਹਨਾਂ ਨੂੰ ਕੋਈ ਕੁਰਸੀ ਤੇ ਭਾਇਆ ਤੁਹਾਡੀ ਸੇਵਾ ਲਈ, ਨਾ ਕਿ ਉੱਥੇ ਆਪਣੇ ਆਪ ਨੂੰ ਦੱਸਣ ਲਈ ਕਿ ਮੈਂ ਇੱਕ ਵੱਡੀ ਪੋਸਟ ਤੇ ਬੈਠਾ। ਉਹ 3.5 ਲੱਖ ਜਿਹੜਾ ਦਫ਼ਤਰਾਂ ਦਾ, ਜਿੱਥੇ ਪਿਆਰੇ ਬਿਠਾਏ ਨੇ, ਜਿੱਥੇ ਪੀਜ਼ੇ ਤੇ ਮੁਰਗ ਮੁਸੱਲਮ ਉੜਦੇ ਨੇ, ਖਾਤੇ ਪੈਂਦੇ ਨੇ, 3.5 ਲੱਖ ਉਹ ਵੀ ਹੈ। 52 ਟਿਕਟਾਂ ਨੇ ਆਉਣ ਜਾਣ ਦੀਆਂ, 3.5 ਲੱਖ ਦਫ਼ਤਰ ਦਾ, 7 ਲੱਖ 'ਚ ਪੈਂਦਾ ਕੱਲਾ ਇੱਕ, ਉਹ ਵੀ ਅਸੀਂ ਦਿੰਦੇ ਹਾਂ। ਥੈਂਕ ਯੂ ਮੋਹਿਤ, ਧੰਨਵਾਦ। ਹਾਂਜੀ ਥੈਂਕ ਯੂ ਜੀ, ਥੈਂਕ ਯੂ ਮੋਹਿਤ। ਤੰਜੂ ਗੱਲਬਾਤ ਕਰ। ਕਰਨ ਸਿੰਘ ਲਾਈਨ ਨੰਬਰ 3। ਕਰਨ ਸਿੰਘ ਜੀ, ਸੌਰੀ ਮੈਂ ਵਿਸ਼ਾ ਮੇਰਾ ਲੰਬਾ ਹੋ ਗਿਆ ਸੀ। JB ਲਾਈਨ ਨੰਬਰ 4। JB ਜੀ, ਅਮਰੀਕ ਸਿੰਘ ਜੀ ਲਾਈਨ 5। ਭਾਜੀ ਸਤਿ ਸ਼੍ਰੀ ਅਕਾਲ ਜੀ। ਭਾਜੀ ਮੇਰੇ ਨਾਮ ਤੋਂ ਪਛਾਣ ਹੀ ਲਿਆ ਹੋਣਾ ਕਿ ਜਿੰਨੀ ਮੇਰੀ ਖੱਜਲ ਖੁਆਰੀ ਹੋਈ, ਮੇਰਾ ਖਿਆਲ ਨਹੀਂ ਕਿਸੇ ਦੀ ਹੋਈ ਹੋਣੀ ਆ। ਰੀਸੈਂਟਲੀ ਮੈਂ ਆਇਆ ਸੀਗਾ ਨਾ, ਤੇ ਜੀ ਤੁਹਾਡੇ ਵਰਗੇ ਵੱਡੇ ਭਰਾਵਾਂ ਦੀ ਮਦਦ ਨਾਲ ਮੈਂ ਆ ਗਿਆ, ਨਹੀਂ ਤਾਂ ਮੇਰੇ ਆਉਣ ਦੇ ਚਾਂਸਸ ਕੋਈ ਨਹੀਂ ਸੀਗੇ ਜੀ। ਜਿਸ ਤਰ੍ਹਾਂ ਮੈਂ ਫਾਈਨੈਂਸ਼ੀਅਲ ਬਰੋਕ ਹੋ ਗਿਆ ਸੀਗਾ, ਇੱਕ ਤਰ੍ਹਾਂ ਇਮੋਸ਼ਨਲੀ ਵੀ ਬਰੋਕ ਸੀਗਾ, ਜਿੱਦਾਂ ਡੈਡ ਮੇਰੇ ਲੋਸਟ ਹੋ ਗਏ, ਸਾਰੀ ਮਨੀ ਸਾਡੀ ਜਿੱਦਾਂ ਉਹਨਾਂ ਦੇ ਟ੍ਰੀਟਮੈਂਟ 'ਚ ਚਲ ਗਈ। ਪਰ ਤੁਸੀਂ ਇਹ ਯਕੀਨ ਮੰਨੋ ਜੀ, ਮੈਂ ਜੇ ਕਿਸੇ ਨਾਲ ਵੀ ਗੱਲ ਕਰਦਾ ਇੱਥੇ ਆ ਕੇ ਵੀ ਨਾ, ਵੀ ਸਾਡੇ ਹਿਊਮਨ ਰਾਈਟਸ, ਇਹ ਬਾਕੀਆਂ ਕੰਟਰੀਜ਼ ਤੇ ਹਿਊਮਨ ਰਾਈਟਸ ਨੂੰ ਤਾਂ ਰੋਈ ਜਾਂਦੇ ਆ, ਵੀ ਫਲਾਨੀ ਕੰਟਰੀ ਧੱਕਾ ਹੋ ਰਿਹਾ। ਤੁਹਾਡੇ ਜਿਹੜੇ ਆਪਣੇ ਸਿਟੀਜ਼ਨ ਆ, ਮੈਂ ਕੈਨੇਡੀਅਨ ਸਿਟੀਜ਼ਨ ਆ ਜੀ, ਮੇਰੀ ਕਿਸੇ ਨੇ ਵੀ ਇੱਕ ਈਮੇਲ ਦਾ ਵੀ ਆਨਸਰ ਬੈਕ ਨਹੀਂ ਕੀਤਾ ਮੈਨੂੰ। ਤੇ ਮੇਰੇ ਸਿਸਟਰ ਵੀ ਆਏ ਸੀਗੇ ਇੰਗਲੈਂਡ ਤੋਂ, ਮੇਰਾ ਕਜ਼ਨ ਆਸਟ੍ਰੇਲੀਆ ਤੋਂ ਆਇਆ ਸੀਗਾ ਜੀ। ਉਹਨਾਂ ਦੇ ਜਿਹੜੇ ਸੀਗੇ ਸਾਰੇ, ਉਹਨਾਂ ਨੇ ਇਹ ਕਹਿਤਾ ਸੀ ਕਿ ਵਿਦਨ 1 ਵੀਕ ਜਾਂ 10 ਡੇਜ਼ ਦੇ ਵਿੱਚ ਤੁਸੀਂ ਬੈਕ ਆ ਜਾਓ। ਸਾਡੇ ਤਾਂ ਪ੍ਰਧਾਨ ਮੰਤਰੀ ਸਾਹਿਬ 20 ਤਰੀਕ ਨੂੰ ਕਹਿ ਰਹੇ ਆ ਕਿ ਨਹੀਂ ਫਲਾਈਟਾਂ ਨਹੀਂ ਬੰਦ ਹੋਣੀਆਂ, ਸਾਡੇ ਇਹ ਫਾਈਨੈਂਸ਼ੀਅਲੀ ਹੈਲਪਰ ਆ, ਜਿਹੜਾ ਕੋਈ ਵੀ ਆਉਂਦਾ ਆ ਉਹ ਸਾਡੀ ਹੈਲਪ ਬਹੁਤ ਹੁੰਦੀ ਆ ਕੰਟਰੀ 'ਚ, ਜਿੱਦਾਂ ਕੰਟਰੀਬਿਊਟ ਕਰਦਾ। ਇਹ 21 ਸ਼ਾਮ ਨੂੰ, ਸੌਰੀ 21 ਸਵੇਰ ਨੂੰ ਇਹਨਾਂ ਨੇ ਆਪਣੇ ਦੁਆ ਕਹਿਤਾ ਕਿ ਅੱਜ ਰਾਤ ਤੋਂ ਫਲਾਈਟਸ ਬੰਦ ਹੈ ਜੀ। ਕਮ ਸੇ ਕਮ 3-4 ਦਿਨ ਤਾਂ ਦਿੰਦੇ। ਅਸੀਂ
ਏਦਾਂ ਦੇ ਲੋਕੀ ਹੋ ਗਏ ਅੱਖਾਂ ਤੇ ਪੱਟੀਆਂ ਬੰਨ ਲਈਆਂ। ਜਦੋਂ ਅਸੀਂ ਕਹਿ ਦਿੰਦੇ ਨਾ ਕਿ ਬੈਟਰ ਦੈਨ ਇੰਡੀਆ, ਜਿਹੜੇ ਸਾਡੇ ਇੱਥੇ ਪੋਲੀਟੀਸ਼ੀਅਨ ਆ ਉਹ ਬੈਟਰ ਦੈਨ ਇੰਡੀਆ ਹੈ ਜੀ, ਉਹ ਫਿਰ ਤੁਸੀਂ ਵੇਟ ਕਰੋ ਫਿਰ 2-4 ਸਾਲ ਦੀ ਇਹ ਵਰਸ ਦੈਨ ਇੰਡੀਆ ਹੋ ਜਾਣੀ ਆ। ਜਿੱਦਾਂ ਅਸੀਂ ਇਹਨਾਂ ਤੋਂ ਕੋਈ ਜਵਾਬ ਨਹੀਂ ਮੰਗਦੇ, ਕੋਈ ਖੁੱਲ ਕੇ ਗੱਲ ਨਹੀਂ ਕਰਦੇ। ਹੁਣ ਇੰਡੀਆ ਤੋਂ ਅੱਗੇ ਤਾਂ ਕੈਨੇਡਾ ਆ ਗਏ, ਕੈਨੇਡਾ ਤੋਂ ਅੱਗੇ ਮੰਗਲ ਗ੍ਰਹਿ ਹੀ ਆ ਨਾ ਜੀ, ਕਿਉਂਕਿ ਜਦ ਅਸੀਂ ਇਹਨਾਂ ਨੂੰ ਆਪਣੀਆਂ ਇਹਨਾਂ ਦੀਆਂ ਰਿਸਪੌਂਸਿਬਿਲਿਟੀਜ਼ ਨੂੰ ਯਾਦ ਕਰਾਉਂਦੇ ਵੀ ਅਸੀਂ ਤੁਹਾਨੂੰ ਕਾਹਦੇ ਲਈ ਚੂਜ਼ ਕੀਤਾ ਸੀ, ਕਿਉਂ ਚੂਜ਼ ਕੀਤਾ ਸੀਗਾ, ਤੁਸੀਂ ਕਿਹਨਾਂ ਨੂੰ ਬੈਨ ਕਰ ਰਹੇ ਆ? ਜਿਹੜੇ ਤੁਹਾਡੇ ਆਪਣੀ ਕੰਟਰੀ ਦੇ ਸਿਟੀਜ਼ਨ ਆ, ਕੈਨੇਡੀਅਨ ਸਿਟੀਜ਼ਨ ਆ, ਤੁਸੀਂ ਉਹਨਾਂ ਨੂੰ ਬੈਨ ਕਰ ਰਹੇ ਆ। ਹਾਲੇ ਤੱਕ ਮੈਨੂੰ ਕੋਈ ਵੀ ਕਿਸੇ ਨੇ ਕੋਈ ਢੁਕਵਾਂ ਜਵਾਬ ਨਹੀਂ ਦਿੱਤਾ। ਮੈਂ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਐਮਪੀਜ਼ ਨੂੰ, ਐਮਐਲਏਜ਼ ਨੂੰ ਸਾਰਿਆਂ ਨੂੰ ਈਮੇਲ ਲਿਖੀਆਂ ਸੀਗੀਆਂ ਜੀ, ਕਿਸੇ ਨੇ ਮੇਰਾ ਕੋਈ ਰਿਪਲਾਈ ਨਹੀਂ ਕੀਤਾ। ਵੀ ਅਸੀਂ ਜੇ ਇੱਦਾਂ ਵੀ ਕਹਿ ਦਿੰਦੇ ਵੀ ਸ਼ਾਇਦ ਅਸੀਂ ਇਸ ਦਿਨ ਨੂੰ ਖੋਲ ਸਕਦੇ ਹਾਂ ਫਲਾਈਟ, ਕਿਸੇ ਨੇ ਇੰਨਾ ਵੀ ਨਹੀਂ ਕਿਹਾ। ਆਟੋਮੈਟਿਕ ਇੱਕ ਜਿਹੜਾ ਸਿਸਟਮ ਕੀਤਾ ਹੈ ਨਾ ਜੀ, ਈਮੇਲ ਚੇਂਜ ਆਪਣੇ ਸੈੱਟ, ਬਸ ਉਹੀ ਇੱਕ ਆਟੋਮੈਟਿਕ ਰਿਪਲਾਈ ਆਉਂਦਾ ਆ। ਉਹਨਾਂ ਨੂੰ ਕੋਈ ਨਹੀਂ ਹੈਗਾ ਕਿ ਸਾਡਾ ਸਿਟੀਜ਼ਨ ਕੋਈ ਫਸਿਆ ਪਿਆ ਆ, ਕਿਸ ਸਿਚੁਏਸ਼ਨ 'ਚ ਜਾ ਰਿਹਾ ਆ। ਜਿੱਦਾਂ ਘਰ ਮੇਰਾ ਬੇਕਨ ਤੇ ਆ ਗਿਆ ਜੀ, ਬੈਂਕ ਨੇ ਲੈ ਜਾਣਾ ਸੀਗਾ ਜੇ ਚਲੋ ਸਾਡੇ ਰਿਲੇਟਿਵ ਵਧੀਆ ਆ, ਚਲੋ ਹਨਾ, ਤੇ ਇਕੱਲਾ ਹੀ ਕੰਮ ਕਰਨ ਵਾਲਾ ਸੀਗਾ। ਪਹਿਲਾਂ ਮੈਨੂੰ ਪੰਜਾਬ ਤੋਂ ਕੰਟੈਕਟ ਕੀਤਾ, ਸਭ ਤੋਂ ਪਹਿਲਾਂ ਤੁਸੀਂ ਕੰਟੈਕਟ ਕੀਤਾ, ਤੇ ਜਦੇ ਮੈਂ ਗੱਲ ਸ਼ੁਰੂ ਕੀਤੀ ਦੂਜੇ ਦਿਨ ਸੇਮ ਮਤਲਬ ਦੂਸਰੇ ਦਿਨ ਜਦੇ ਗੱਲ ਤੋਰੀ ਤੇ ਯਾਰ ਆਹ ਇੱਕ ਪਰਿਵਾਰ ਇੱਕ ਉੱਥੇ ਗਏ ਹੋਏ ਨੇ ਬੰਦੇ, ਆਹ ਮੁਸ਼ਕਲ ਹੈ, ਪਰ ਬਹੁਤ ਜ਼ਿਆਦਾ ਮੁਸ਼ਕਲ ਹੈ, ਵੱਡੀ ਮੁਸ਼ਕਲ ਜੀ। ਮੋੜੋ ਆਨਸਰ ਵੀ ਏਦਾਂ ਦੇ ਆ ਰਹੇ ਸੀ। ਮੈਂ ਤੁਹਾਨੂੰ ਦੱਸਦਾ ਆਪਣੀ ਹੁਣ ਇੱਥੇ ਇੱਕ ਹੋਰ ਰੇਡੀਓ ਆ, ਕਮਿਊਨਿਟੀ ਦਾ ਰੇਡੀਓ, ਕਮਿਊਨਿਟੀ ਦੀ ਆਵਾਜ਼ ਆਪਣੇ ਆਪ ਨੂੰ ਉਹ ਦਰਜਾ ਦਿੰਦੇ ਆ, ਜਦ ਕਿ ਉਹ ਹਰੇਕ ਟੌਪਿਕ ਦੇ ਪਿੱਛੇ ਇਹੀ ਕਹਿੰਦੇ ਹੁੰਦੇ ਕਿ ਰੇਡੀਓ ਦਾ ਆਪਣਾ ਓਪੀਨੀਅਨ ਕੋਈ ਨਹੀਂ। ਉਹਨੇ ਪੂਰਾ ਜਾਣੀ ਜ਼ੋਰ ਲਾਇਆ ਸੀਗਾ ਜੀ, ਫਲਾਈਟਾਂ ਬੰਦ ਕਰੋ ਜੀ, ਫਲਾਈਟਾਂ ਬੰਦ ਕਰੋ ਜੀ, ਫਲਾਈਟਾਂ ਬੰਦ ਕਰੋ ਜੀ। ਜੇ ਤੁਹਾਡਾ ਰੇਡੀਓ ਦਾ ਆਪਣਾ ਓਪੀਨੀਅਨ ਨਹੀਂ, ਤੁਸੀਂ ਲੋਕਾਂ ਦੀ ਸੁਣੋ, ਦੱਸੇ ਤੁਸੀਂ ਆਪ ਹੀ ਗੱਲ 'ਚ ਢੋਲ ਵਜਾ ਕੇ ਰੌਲਾ ਪਾਈ ਜਾਂਦੇ ਫਲਾਈਟਾਂ ਕਿਹਨਾਂ ਲੋਕਾਂ ਲਈ ਬੰਦ ਕਰੋ? ਜਿਹੜੇ ਇਸ ਕੈਨੇਡਾ ਦੇ ਵਸਨੀਕ ਆ, ਜਿਹੜੇ $2,000 ਜਾਂ $3,000 ਐਵਰੀ ਮੰਥ ਟੈਕਸ ਦਿੰਦੇ ਆ, ਕਿਹਨਾਂ ਲਈ ਤੁਸੀਂ ਦੁਆ ਕਰ ਰਹੇ ਆ? ਅਸੀਂ ਜਿਹੜਾ ਭਾਜੀ ਉੱਥੇ ਕੋਈ ਸ਼ਾਪਿੰਗਾਂ ਕਰਨ ਗਏ ਹੋ ਜਾਂ ਮੇਲੇ ਦੇਖਣ ਗਏ ਹੋ, ਜੇ ਅਸੀਂ ਆਪਣੇ ਮਾਂ ਬਾਪ ਦੀ ਅਰਥੀ ਨੂੰ ਮੋਢਾ ਨਹੀਂ ਦੇ ਸਕਦੇ, ਫਿਰ ਅਸੀਂ ਸਾਡੀ ਕੈਨੇਡਾ ਨੂੰ ਉਹਨਾਂ ਨੂੰ ਕੀ ਭਾ ਤੇ ਸਾਡੀ ਕੈਨੇਡਾ ਨੂੰ ਉਹਨੂੰ ਚੱਟਣਾ ਹੈ ਜੀ। ਹਜੇ ਤੱਕ ਲੋਕਾਂ ਨੂੰ ਇਹੀ ਗੱਲ ਨਹੀਂ ਸਮਝ ਆਈ। ਇੱਥੇ ਬਹੁਤ ਜੀ ਮਤਲਬ ਕਿ ਰੇਡੀਓ ਤੇ ਲੋਕਾਂ ਨੇ ਇੰਨਾ ਆਪਣੀ ਕਮਿਊਨਿਟੀ ਦਾ ਜਲੂਸ ਕੱਢਿਆ ਨਾ, ਮੈਂ ਜਲੂਸ ਹੀ ਕਹੂੰਗਾ, ਕਿਉਂਕਿ ਸਾਡੇ ਨਾਲ ਤਾਂ ਪਾਕਿਸਤਾਨ ਦੇ ਜਿੱਦਾਂ ਜਿਹੜੇ ਲੀਡਰ ਆ ਇੱਥੇ ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਨੇ ਆਪਣੀ ਕੰਟਰੀ ਤੋਂ ਇੰਡੀਆ ਤੋਂ ਪਹਿਲਾਂ ਬੈਨ ਹਟਾਤਾ, ਪਾਕਿਸਤਾਨ ਤੋਂ ਡਾਇਰੈਕਟ ਫਲਾਈਟ ਸ਼ੁਰੂ ਹੋ ਗਈਆਂ। ਸਾਡੇ ਕੋਈ ਬੋਲਿਆ ਹੀ ਨਹੀਂ ਜੀ। ਮੈਂ ਤਾਂ ਹੈਰਾਨ ਆ ਵੀ ਸਾਡੀ ਪਾਕਿਸਤਾਨ ਨਾਲ ਵੀ ਬਦਤਰ ਹਾਲਤ ਹੋ ਗਈ, ਜਦ ਕਿ ਮੈਨੂੰ ਪਤਾ ਸੀਗਾ ਵੱਡੇ ਸ਼ਹਿਰਾਂ 'ਚ ਸੀਗਾ COVID-19, ਚਲੋ ਸੀਗਾ ਦਿੱਲੀ ਵਰਗੇ ਸ਼ਹਿਰਾਂ 'ਚ, ਪਰ ਜੇ ਤੁਹਾਡਾ ਕੋਈ ਰੁਤਬਾ ਹੈਗਾ ਤਾਂ ਤੁਸੀਂ ਵੀ ਕਹਿ ਸਕਦੇ ਆ ਵੀ ਜਦ ਬੰਦੇ ਦਾ ਇੱਕ ਟੈਸਟ ਉੱਥੇ ਹੋ ਰਿਹਾ, ਥਰਡ ਕੰਟਰੀ ਵਿੱਚ ਹੋ ਰਿਹਾ, ਤੇ ਇੱਥੇ ਆ ਕੇ 에ਅਰਪੋਰਟ ਤੇ ਹੋਣਾ ਆ, ਜੇ ਉਹ ਬੰਦਾ ਪੋਜ਼ਿਟਿਵ ਆਉਂਦਾ ਇਨ ਕੇਸ, ਉਹਨੂੰ ਹੋਟਲ 'ਚ 14 ਦਿਨ ਸਟੇ ਕਰ ਲਓ ਜਦ ਤੱਕ ਉਹ ਨੈਗੇਟਿਵ ਨਹੀਂ ਰਹਿੰਦਾ। ਤੁਸੀਂ ਇੱਕ ਗੱਲ ਤੇ ਤਾਂ ਡਿਗੋ ਤੁਸੀਂ ਵੀ ਚਲੋ ਆ ਜਾਓ, ਜਿਹੜੇ ਐਮਰਜੈਂਸੀ ਗਏ ਸੀਗੇ ਆ ਜਾਓ, ਕੋਈ ਐਮਰਜੈਂਸੀ ਆਪਣਾ ਰੀਜ਼ਨ ਦਿਓ ਵੀ ਕਾਹਦੇ ਲਈ ਗਏ ਸੀਗੇ। ਇਹ ਥੋੜੋ ਵੀ ਤੁਸੀਂ ਅੱਖਾਂ ਮੀਟ ਕੇ ਗਧੇ ਘੋੜੇ ਇੱਕੋ ਹੀ ਰਸਤੇ ਬੰਨ੍ਹੋ ਕਿ ਨਹੀਂ ਜੀ ਬਸ ਜਿਹੜੇ ਗਏ ਸੀ ਹੁਣ ਉੱਥੇ ਹੀ ਰਹਿਣ। ਤੇ ਜਦੋਂ ਟੈਕਸ ਲੈਣਾ ਹੁੰਦਾ, ਜਦੋਂ ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਨਹੀਂ ਕੋਈ ਪੁੱਛਦਾ ਵੀ ਤੁਸੀਂ ਸਾਨੂੰ ਕੀ ਕੰਟਰੀਬਿਊਟ ਕੀ ਕੀਤਾ ਜੀ, ਜਾਂ ਤੁਸੀਂ ਕੀ ਨਹੀਂ ਕੀਤਾ ਸਾਡੇ ਲਈ। ਬਸ ਉਦੋਂ ਤਾਂ ਵੋਟ ਪਾ ਦਿਓ ਜੀ, ਸਾਨੂੰ ਵੋਟ ਪਾ ਦਿਓ ਜੀ ਬਸ। ਮਤਲਬ ਕਿ ਆਪਣੀ ਕਮਿਊਨਿਟੀ ਨੇ ਇੰਨਾ ਨਾ ਸਿਰਾ ਕਰਾਤਾ, ਹੁਣ ਬਸ ਕੰਪੇਅਰ ਕਰੀ ਜਾਂਦੇ ਮੋਦੀ ਨਾਲ ਤਾਂ ਚੰਗੇ ਹੀ ਆ, ਤੇ ਮੋਦੀ ਨਾਲ ਵੀ ਚੰਗੇ ਨਹੀਂ, ਕਿੰਨਾ ਟਾਈਮ ਰਹਿਣਾ ਹੈ। ਬਿਲਕੁਲ ਠੀਕ ਹੈ, ਨਹੀਂ ਸੋਚਣ ਦੀ ਲੋੜ ਹੈ ਜੀ, ਹੋਕਾ ਦੇਣਾ ਸਾਡਾ ਫਰਜ਼ ਹੈ, ਬਾਕੀ ਕਮਿਊਨਿਟੀ ਦੀ ਮਰਜ਼ੀ ਆ, ਜਿਵੇਂ ਮਰਜ਼ੀ ਤੁਸੀਂ ਕਰਨਾ। ਅਖੀਰ ਤਾਂ ਤੁਸੀਂ ਜਿਹੜਾ ਡਿਸੀਜ਼ਨ ਤਾਂ ਤੁਹਾਡਾ ਹੈ ਆਪਣਾ, ਤੇ ਬਸ ਆਪਣੀਆਂ ਲੋਟਾਂ ਦਾ ਹੀ ਪਿਆ ਜੀ, ਆਪਣੀਆਂ ਸਬ ਡਿਵੀਜ਼ਨਾਂ ਦਾ ਪਿਆ ਆ, ਬਸ ਅਸੀਂ ਕੱਟ ਕੇ ਮਾਰੀਏ ਵਗਾ ਕੇ, ਕੋਈ ਦੌੜਦਾ ਦੌੜੀ ਜਾਵੇ। ਕਈ ਉੱਥੇ ਪੇਰੈਂਟਸ ਦੀ ਮੈਡੀਸਨ ਖਤਮ ਹੋਈ ਹੋ ਸੀਗੀ ਜੀ, ਮੈਡੀਸਨ ਦੇ ਸ਼ਾਰਟ ਵੀ ਮੈਚ ਨਹੀਂ ਕਰ ਰਹੇ ਸੀ। ਮੇਰੇ ਨਾਲ ਲੁਧਿਆਣੇ ਦੀ ਫੈਮਿਲੀ ਗਈ ਹੋ ਸੀਗੀ, ਉਹ ਬੰਦਾ ਕਹਿੰਦਾ ਮੈਂ ਮਰ ਜਾਵਾਂ ਪਰ ਮੇਰੇ ਮਾਂ-ਬਾਪ ਦੀ ਦਵਾਈ ਇੱਥੋਂ ਮਿਲ ਜਾਵੇ ਜੀ। ਇੰਨਾ ਅਸੀਂ PGI ਤੱਕ ਡਾਕਟਰ ਨਾਲ ਕੰਟੈਕਟ ਕੀਤਾ ਜੀ, ਉਹ ਕਹਿੰਦਾ ਇਹ ਸਾਲਟ ਨਹੀਂ ਮਿਲ ਰਹੇ, ਮੈਚ ਨਹੀਂ ਕਰ ਰਹੇ,
ਤੇ ਲੈਣੀ ਲੈ ਲਓ ਮੈਡੀਸਨ, ਪਰ ਮੈਂ ਰਿਸਕ ਨਹੀਂ ਲੈ ਰਿਹਾ। ਮੈਂ ਆਪਣੇ ਵੱਲੋਂ ਰਿਕਮੈਂਡ ਨਹੀਂ ਕਰੂੰਗਾ ਕਿ ਤੇਰੇ ਪੇਰੈਂਟਸ ਦਵਾਈ ਖਾਣ। ਫਿਰ ਵੀ ਦੇਖੋ ਜੀ, ਅਮਰੀਕਾ ਵਾਲਿਆਂ ਉਹ ਅਮਰੀਕਾ ਰਾਹੀਂ ਗਏ ਆ ਜੀ, ਅਮਰੀਕਾ ਰਾਹੀਂ ਚੱਲ ਗਏ, ਉੱਥੇ ਉਹਨਾਂ ਦਾ ਕੋਵਿਡ ਟੈਸਟ ਹੋਇਆ ਫ੍ਰੀ 'ਚ, ਤੇ ਸਾਨੂੰ ਇੱਥੇ ਪੇ ਕਰਨੇ ਪੈ ਰਹੇ ਆ। ਉਹਨੇ ਆਪਣੇ ਰਿਲੇਟਿਵ ਤੋਂ ਪੁੱਛਿਆ ਵੀ 3 ਜਣੇ ਅਸੀਂ, ਵੀ ਉੱਥੇ ਸਾਡਾ ਟੈਸਟ ਕਿੱਦਾਂ, ਕਿੰਨੇ ਡਾਲਰ ਲੱਗੂਗੇ? ਕਹਿੰਦੇ ਡਾਲਰ ਕਿਉਂ ਲੱਗੂਗੇ, ਅਮਰੀਕਾ ਇਹ ਕੈਨੇਡਾ ਨਹੀਂ। ਉਹਨੇ ਇਹ ਮਜ਼ਾਕ 'ਚ ਇਹ ਗੱਲ ਕਹੀ, ਇਹ ਕੈਨੇਡਾ ਥੋੜ੍ਹਾ ਜਿਹੜਾ ਵੀ ਹਰੇਕ ਤੋਂ ਟੈਸਟ ਦੇ ਪੈਸੇ ਲੈਣੇ ਆ। ਉਹਨਾਂ 3 ਜਣਿਆਂ ਦਾ ਟੈਸਟ ਫ੍ਰੀ ਹੋਇਆ ਜੀ ਉੱਥੇ, ਤੇ ਮੈਨੂੰ ਇੱਥੇ 3 ਵਜੇ ਜੀ $350 ਟੈਸਟ ਦਾ ਦੇਣਾ ਪਿਆ ਜੀ, ਕਿਉਂਕਿ ਮੈਂ ਕੈਨੇਡੀਅਨ ਸਿਟੀਜ਼ਨ ਹਾਂ। ਕੋਈ ਮਤਲਬ ਵੈਲਿਊ ਹੈ ਹੀ ਨਹੀਂ ਗੀ ਕਿ ਕੌਣ ਇੱਥੇ ਕੀ ਕੰਟਰੀਬਿਊਟ ਕਰ ਰਿਹਾ। ਮਤਲਬ 2 ਜਣੇ ਅਸੀਂ ਕੰਮ ਕਰਕੇ ਟੈਕਸ ਭਰ ਕੇ ਜੇ ਮਤਲਬ ਕਰ ਰਹੇ ਹਾਂ, ਆਪਣਾ ਹੈਂਡ ਟੂ ਮਾਊਥ ਹਾਂ, ਪਰ ਉਹਦੇ ਵਿੱਚ ਸਰਕਾਰ ਦੀ ਕੋਈ ਹੈਲਪ ਨਹੀਂ ਗੀ। ਜਿਹੜੇ ਬੰਦੇ ਇੱਥੇ ਪਹਿਲਾਂ ਵੀ ਨਹੀਂ ਡੱਕਾ ਤੋੜਦੇ ਸੀ, ਉਹਨਾਂ ਨੂੰ ਵੀ ਅੱਖਾਂ ਮੀਟ ਕੇ, ਜਿਹਨੀ $500 ਵੀ ਕਹਿੰਦੇ 1 ਸਾਲ ਦੀ ਇਨਕਮ ਸੀਗੀ, ਉਹਨਾਂ ਨੂੰ $2,000 ਲਾਤਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ। ਕੁਝ ਅਸੀਂ ਦੇਖੇ ਮੁੜ ਕੇ ਇਹਨਾਂ ਨੂੰ ਲੱਲਾ ਭੱਬਾ ਪੈ ਗਿਆ। ਆਹ ਹੋਟਲ 'ਚ ਜਿਹੜਾ ਰਹਿਣਾ ਜੀ 3 ਦਿਨ ਲਈ, ਮੈਂ $1,800 2 ਵਾਰੀ ਪੇ ਕੀਤਾ ਹੈ। $3,600 ਮਤਲਬ ਇਹ ਨਜਾਇਜ਼ ਗਿਆ। ਜਿਹੜੇ 350 ਟੈਸਟਾਂ ਦਾ ਗਿਆ ਉਹ ਵੱਖਰਾ ਗਿਆ। ਮਤਲਬ ਉਹ ਭਰਪਾਈ ਸਾਨੂੰ ਕਰ ਰਹੀ ਆ ਬੇਲਰ ਲੋਕਾਂ ਨੂੰ ਜਿਹੜੇ ਪ੍ਰਧਾਨ ਮੰਤਰੀ ਸਾਹਿਬ ਨੇ ਪੈਸੇ ਵੰਡੇ ਸੀਗੇ। ਥੈਂਕ ਯੂ ਜੀ, ਧੰਨਵਾਦ। ਥੈਂਕ ਯੂ ਭਾਈ, ਥੈਂਕ ਯੂ। ਗੱਲ ਹੁਣ ਇਹ ਹੈ ਵੀ ਜਿਹੜੀ ਇਹ ਗੱਲ ਉਹ ਦੁੱਖ ਹੈ, ਜਾਂ ਜਿਹੜਾ ਬੰਦਾ ਪੈ ਜਾਂਦਾ ਕੂਕਦਾ ਹੈ, ਉਹ ਕੀ ਕਰੂਗਾ? ਉਹ ਰੌਲਾ ਹੀ ਪਾਊਗਾ। ਹੁਣ ਰੌਲਾ ਹੀ ਜਗ੍ਹਾ ਇੱਕ ਮਿਲੀ ਆ, ਉੱਥੇ ਦੱਸਣਾ ਉਹਨਾਂ ਨੇ ਵੀ ਕੀ ਕੀ ਹੋ ਰਿਹਾ। ਮਤਲਬ ਆ ਜਿਹੜਾ ਬੰਦਾ ਮਰਿਆ ਸਾਈਪਰਸ, ਜਿਹੜਾ ਰਹਿ ਕੇ ਆਇਆ ਹੁਣੇ ਹੀ, ਜਿਹੜੇ ਉਹਨਾਂ ਦੇ ਲੈਂਡ ਆਪਣੇ ਘਰ ਆ, ਜਿਨ੍ਹਾਂ ਨੂੰ ਦੱਸਿਆ ਉਹ ਕਹਿੰਦੇ ਸਭ ਕੁਝ ਖਤਮ ਹੋ ਗਿਆ। ਭੋਰਾ ਜਵਾਕ ਨੇ, ਬੰਦਾ ਰਾਤ ਸੁੱਤਾ ਪਿਆ ਰਹਿ ਗਿਆ, ਬਿਨਾਂ ਦੱਸੇ ਅਨਪਲੈਨਡ ਉਸਨੂੰ ਰੋਕ ਦਿੱਤਾ। ਉਹ ਬਿਨਾਂ ਕੋਈ ਮੁਸ਼ਕਿਲ ਸੀ ਉਹਨੂੰ। ਇਹ ਜਿਹੜੀਆਂ ਸਿਚੁਏਸ਼ਨ ਹੈ, ਤੇ ਪਲੀਜ਼ ਫ੍ਰੈਂਕੋ ਟੈਰਾਜ਼ਾਨੋ ਦੀ ਜਿਹੜੀ ਹੈ ਉਹ ਇੱਕ ਤਾਂ ਜ਼ਰੂਰ ਪੜ੍ਹਿਓ ਵੀ ਤੁਹਾਡਾ ਦੇਸ਼ ਕਿੱਧਰ ਨੂੰ ਚੱਲਿਆ। ਨੇ ਜਵਾਕ ਨੂੰ ਪੜ੍ਹਾ ਲਿਓ ਕਿਸੇ ਨੂੰ। ਈਚ ਕੈਨੇਡੀਅਨ ਨੋਸ 57,000 ਇਨ ਗਵਰਨਮੈਂਟ ਡੈਟ। ਵੋਟਾਂ ਜਦ ਮੰਗਣ ਆਉਣ ਤਾਂ ਪੁੱਛਿਓ ਜ਼ਰੂਰ ਕਿ ਵੀ ਇਹਦਾ ਹਿਸਾਬ ਕਿਤਾਬ ਹੈ ਕੋਈ। ਸੌਰੀ, ਅੱਜ ਮੈਂ ਗੱਲ ਭੁੱਲ ਗਿਆ, ਡਿਵੈਲਪਮੈਂਟ ਦੀ ਕਰਨੀ ਸੀ 84 ਐਵਨਿਊ ਦੀ, ਤੇ ਦੇਖਦਾ ਜੇ ਸਮਾਂ ਹੋਇਆ ਤਾਂ ਕੱਲ ਨੂੰ ਕਰ ਲਾਂਗੇ ਕਹਾਣੀ ਸੁਣਾਉਣ ਤੋਂ ਪਹਿਲਾਂ। ਕੱਲ ਦੀ ਸਿਟੀ ਹਾਲ ਦੇ ਵਿੱਚ ਰਾਤ 2 ਵਜੇ ਮੁੱਕੀ ਹੈ ਜੀ, ਜਿਹੜੀ ਉਹਨਾਂ ਦੀ ਮੰਡੇ ਵਾਲੀ ਤੁਹਾਡੀ ਜਿਹੜੀ ਬੈਠਕ ਹੈ, ਬਹੁਤ ਲੰਮੀ ਚੱਲੀ, ਤੇ ਉਹਦੇ ਵਿੱਚ ਵੱਡੇ ਇਸ਼ੂ ਸੀ। ਵੱਡੇ ਇਸ਼ੂ ਕਾਹਦੇ ਸੀ ਬਈ? ਇੱਕ ਤਾਂ ਉਹਦਾ ਸੀ ਮੇਨ ਜਿਹੜਾ 84 ਐਵਨਿਊ 100 ਜਿਹੜਾ ਵਿੱਚ ਦੀ ਲੰਘਣਾ ਸੀ, ਆਪਣੇ ਕਿੰਗ ਜਾਰਜ ਮਿਲਣਾ ਸੀ ਵਿੱਚ ਬੇਅਰ ਕ੍ਰੀਕ ਦੇ ਵਿੱਚ ਦੀ, ਤੇ ਉਸ ਦਾ ਬਹੁਤ ਰੇੜਕਾ ਸੀ, ਤੇ ਉਹ ਪਾਸ ਹੋ ਗਿਆ। ਅਗਲੇ ਸਾਲ ਦੀ ਇਲੈਕਸ਼ਨ ਤੋਂ ਪਹਿਲਾਂ ਬਣ ਜਾਣਾ ਉਹ। ਤੇ ਨੰਬਰ 2 ਜਿਹੜਾ ਨਾਰਥ ਕੈਂਪਬੈਲ ਹਾਈਟ ਬਿਜ਼ਨਸ ਪਾਰਕ, ਜਿਹੜੀ 12-14 ਸਾਲ ਦੀ ਜਿੱਥੇ ਹੋਲਡਿੰਗ ਸੀ 2-2.5 ਲੱਖ ਦਾ ਏਕੜ, ਜਿਹੜਾ ਹੁਣ 3 ਮਿਲੀਅਨ ਦਾ ਏਕੜ ਹੋਇਆ ਹੈ, ਜਿਨ੍ਹਾਂ ਨੇ ਸਾਂਭ ਲਈ ਲੈ ਕੇ ਉਹ ਖੱਟ ਗਏ, ਜਿਨ੍ਹਾਂ ਦਾ 10 ਏਕੜ ਦਾ ਪਾਰਸਲ 2-2.5 ਮਿਲੀਅਨ ਦਾ, ਤੇ ਅੱਜ ਉਹ $30 ਮਿਲੀਅਨ। ਇਹੀ ਹੋਲਡਿੰਗ ਲੈਂਡ ਹੈ, ਇਹਨੂੰ ਕਹਿੰਦੇ ਆ। ਹੋਰ ਕੋਈ ਈਜ਼ੀ ਮਨੀ ਤਾਂ ਇਸ ਤਰ੍ਹਾਂ ਨਹੀਂ ਬਣਦੀ, ਤਾਂ ਬਣਾਇਆ ਹੀ ਬਣਦੀ ਹੈ। ਬਸ ਉਹਨੂੰ ਜਿਗਰੇ ਰੱਖ ਕੇ ਇਹ ਰੱਖਣੀਆਂ ਪੈਂਦੀਆਂ ਚੀਜ਼ਾਂ, ਤੇ ਅਖੀਰ ਬਸ ਬਣ ਜਾਂਦੀ ਕਹਾਣੀ। ਜਿਹੜੇ ਹੱਥ ਵਾਲੇ ਅਨਾਰ ਨੇ ਉਹ ਸੁਆਹ ਖੇ ਕਰ ਦਿੰਦੇ ਨੇ, ਆਪਣਾ ਹੱਥ ਸਾੜ ਲੈਂਦੇ ਨੇ, ਆਲੇ ਦੁਆਲੇ ਦਾ ਝੱਗਾ ਸਾੜ ਦਿੰਦੇ ਨੇ, ਬਸ ਮੁੱਕ ਜਾਂਦੀ ਕਹਾਣੀ। ਤੇ ਪਰ ਹੁਣ ਇੰਡਸਟਰੀਅਲ ਲੈਂਡ ਉੱਥੇ ਜਿਹੜੀ ਹੈ ਛੇਤੀ ਰੈਡੀ ਹੋਏਗੀ। ਮਤਲਬ ਜਦ ਤੁਸੀਂ ਸਿਟੀ ਪਾਸ ਕਰ ਦਿੰਦੀ ਹੈ ਤਾਂ 2 ਸਾਲਾਂ ਦੇ ਸਰਵਿਸਿਜ਼ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਵਧੀਆ ਕੋਈ ਵੱਡਾ ਡਿਵੈਲਪਰ ਆ ਕੇ ਲੈ ਜਾਂਦਾ ਪੁੱਲ ਕਰਕੇ, ਜਿਹੜੇ ਨੇ ਵੱਡੇ ਜਿਹੜੇ ਨੇ ਪਾਈਪਸ, ਤੇ ਬਸ ਜਦੋਂ ਪੈ ਗਿਆ ਬਾਅਦ ਚ ਲੋਕ ਹੁੱਕਅਪ ਕਰੀ ਜਾਂਦੇ ਲੇਟ ਕਮਰਸ। ਹਲੇ ਵੀ ਜੇ
ਕਿਸੇ ਦਾ ਜਿਗਰਾ। ਮੈਂ ਕੱਲ ਵੀ ਇਹੀ ਗੱਲ ਕਰਦਾ ਸੀ, ਜੇ ਕੋਈ ਕਰ ਸਕਦਾ ਤਾਂ 5-4 ਜਣੇ ਰਲ ਕੇ, ਚਾਹੇ 5 ਏਕੜ ਹੋਣ, ਤੁਸੀਂ ਵਧੀਆ ਤਰੀਕੇ ਨਾਲ ਕਰਿਓ, ਪਰ ਸ਼ੇਅਰ ਹੋਲਡਰ ਐਗਰੀਮੈਂਟ ਵਧੀਆ ਕਰੋ। ਆ ਹੁਣ ਸਾਹਮਣੇ ਇੱਕ ਏਰੀਆ ਸਰੀ ਦੇ ਵਿੱਚ ਜਿਹਨੂੰ ਸਾਹਮਣੇ ਆਪਾਂ ਵੇਖਿਆ ਨਾਰਥ ਈਸਟ ਚੈਂਬਰ, ਕਿਉਂਕਿ ਇੱਕ ਵਿਜ਼ੀਬਲ ਸੀ ਵੀ 192 ਤੇ 24 ਐਵਨਿਊ ਤੋਂ ਲੈ ਕੇ 40 ਐਵਨਿਊ ਤੱਕ ਕੁਛ ਵੀ ਨਹੀਂ ਆਲੇ ਦੁਆਲੇ। ਤੁਸੀਂ ਦੇਖੋ ਵੇਅਰ ਹਾਊਸ ਦਿਨਾਂ ਦੇ ਵਿੱਚ ਖੜ ਗਏ 5-7 ਸਾਲਾਂ ਤੇ ਸਿਆਣੇ ਬੰਦਿਆਂ ਨੇ ਜਦੇ 16 ਐਵਨਿਊ ਦੇ ਆਲੇ ਦੁਆਲੇ 188 ਤੋਂ ਲੈ ਕੇ 196 ਤੱਕ ਟਾਊਨਸ਼ਿਪ ਲੰਘਲੀ ਤੱਕ ਲੱਭ ਲਏ। ਆਪਣੇ ਆਪਣੇ ਜਿਹੜੇ ਕੋਸ਼ਿਸ਼ ਕੀਤੀ ਜ਼ਮੀਨ ਲੈ ਲਈ। ਪਰ ਜਦ ਤੁਸੀਂ ਮਤਲਬ ਨੇੜੇ ਚਲੇ ਗਏ ਤਾਂ ਉੱਥੇ ਵਿਗੜੋ ਪੈ ਜਾਂਦੀ। ਜਾਂ ਵਿਗੜੋ ਪੈ ਗਈ ਤਾਂ ਗੱਲ ਪਈ, ਜਾਂ ਤੁਹਾਡੀ ਨਿਬੜ ਗਈ ਗੱਲ ਤਾਂ ਉਹਦੇ ਬਾਅਦ ਫਿਰ ਕੁਛ ਨਹੀਂ ਹੈ। ਹੁਣ ਦੇਖੀ ਚੱਲਿਓ ਵੱਟ ਤੇ ਬੈਠੇ, ਜਦ ਹੁਣ ਸਾਹਮਣੇ ਪ੍ਰਾਪਰਟੀਆਂ ਦੇ ਕੋਲ ਦੇ ਤੁਸੀਂ ਲੰਘਦੇ ਹੋ, ਤੁਹਾਡੀਆਂ ਪ੍ਰਾਪਰਟੀਆਂ ਜਿਹੜੀਆਂ ਵਿਕਦੀਆਂ ਤੇ ਉਹਦੇ 'ਚ ਮਿਲੀਅਨਸ ਆਫ ਡਾਲਰ ਦੀ ਜਿਹੜੀ ਹੈ ਆਫਰਾਂ ਨੇ, ਤਾਂ ਫਿਰ ਉਹਦੇ 'ਚ ਕੁਛ ਨਹੀਂ ਹੈ। ਜਿਹੜੀ ਹੈ ਕੱਖ ਨਹੀਂ ਉਹ 'ਚ ਕਹਿ ਸਕਦੇ ਤੁਸੀਂ ਬਈ ਕੀ ਕਰ ਸਕਦੇ ਹੋ, ਕੁਛ ਨਹੀਂ ਤੁਸੀਂ ਕਰ ਸਕਦੇ। ਸਮਾਂ ਲੰਘ ਗਿਆ ਜਿਹੜਾ ਸਿਰੇ ਤੇ ਜਾ ਕੇ ਕਈ ਪੱਤਣ ਤੇ ਦਰਿਆ ਟੱਪ ਕੇ ਕੰਢੇ ਤੇ ਡੁੱਬ ਜਾਂਦੇ ਆ। ਕਾਰਨ ਕੀ? ਮਾੜੇ ਜਿਗਰੇ ਵਾਲੇ ਜਿਹੜੇ ਬੰਦੇ ਆ ਜਿਨ੍ਹਾਂ ਦੀ ਨੀਤਾਂ ਮਾੜੀਆਂ ਨੇ। ਬਿਨਾਂ ਨੀਤ ਤੋਂ ਕੱਖ ਨਹੀਂ ਹੁੰਦਾ ਮਿੱਤਰੋ, ਨੀਤਾਂ ਨੂੰ ਹੀ ਮਰਾਦਾਂ ਨੇ। ਤੁਸੀਂ ਕਾਇਮ ਰਹਿਣਾ ਪੈਂਦਾ ਜ਼ਿੰਦਗੀ ਦੇ ਵਿੱਚ, ਇਹ ਸੋਚ ਕੇ ਵੀ ਆਏ ਕੀ ਸੀ ਲੈ ਕੇ, ਮਾਰਦੇ ਇੱਕ ਵਾਰ ਸੂਲੀ ਦੀ ਛਾਲ ਤੇ ਚੌਂਕੀ ਦੀ ਛਾਲ ਤੇ ਬੱਲੇ ਬੱਲੇ ਹੋ ਜਾਂਦੀ ਹੈ। ਔਰ ਕਿਸੇ ਸਮੇਂ ਕੁਦਰਤੀ ਉਹ ਕੋਈ ਕਹਾਣੀ ਬਣਦੀ। ਐਨੀਵੇਜ਼, ਪਰ ਜਿਹੜੇ ਗਾਂ ਨੂੰ ਕੋਈ ਕੋਸ਼ਿਸ਼ ਕਰਨਗੇ ਤਾਂ ਵਧੀਆ ਲਿਖਤ ਪੜਤ ਕਰਕੇ ਹਿੱਸੇ ਪਾਇਓ। ਰੱਬ ਰਾਖਾ ਤੇ ਕੱਲ ਨੂੰ ਮੁੜਦੇ ਆ ਜੀ ਫਿਰ।